पंजाब पंजाबी ते पंजाबीयत ਨੂੰ ਸਮਰਪਿਤ ਤੁਹਾਡੇ ਆਪਣੇ ਸਿਟੀ ਲਾਈਵ ਚੈਨਲ ਦੇ ਜਰੀਏ ਅੱਜ ਤੁਹਾਨੂੰ ਲੈ ਕੇ ਪਹੁੰਚੇ ਹੋਏ ਹਾਂ ਹਲਕਾ ਗਿੱਲ ਦੇ ਪਿੰਡ ਰਣੀਆਂ ਦੇ ਮੌਜੂਦਾ ਸਰਪੰਚ ਜਤਿੰਦਰ ਸਿੰਘ ਜੀ ਦੇ ਕੋਲ। ਆਓ ਆਪਾਂ ਗੱਲਬਾਤ ਕਰੀਏ ਜਤਿੰਦਰ ਜੀ ਦੇ ਨਾਲ ਉਹਨਾਂ ਦੇ ਪਿੰਡ ਰਣੀਆਂ ਦੇ ਸੰਬੰਧ ਵਿੱਚ। ਉਸ ਤੋਂ ਪਹਿਲਾਂ ਆਪਾਂ ਜਤਿੰਦਰ ਜੀ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਗੱਲ ਕਰੀਏ। ਆਪਾਂ ਆਪਸ ਵਿੱਚ ਫਤਿਹ ਦੀ ਸਾਂਝ ਬੁਲਾ ਲਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਤਿੰਦਰ ਜੀ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਗੱਲ ਕਰੀਏ, ਪਿੰਡ ਦੇ ਵਸਨੀਕਾਂ ਦੀ ਜੋ ਸਮੱਸਿਆਵਾਂ ਨੇ ਉਸ ਸੰਬੰਧ ਵਿੱਚ ਗੱਲ ਕਰੀਏ। ਉਸ ਤੋਂ ਪਹਿਲਾਂ ਜਿਹੜਾ ਜਾਣਕਾਰੀ ਦਿਓ ਪਹਿਲਾਂ ਆਪਣੀ ਸਰਪੰਚੀ ਦੀ। ਪਿੰਡ ਵਾਲਿਆਂ ਤੋਂ ਸਾਨੂੰ ਜਾਣਕਾਰੀ ਮਿਲੀ ਕਿ ਸਰਪੰਚੀ ਤੋਂ ਪਹਿਲਾਂ ਤੁਸੀਂ ਆਪਣੇ ਪਿੰਡ ਦੀ ਐਜ਼ ਏ ਜੀਓ ਜੀ ਵੀ ਸੇਵਾ ਨਿਭਾ ਚੁੱਕੇ ਹੋ। ਪਹਿਲਾਂ ਜਿਹੜਾ ਸਾਡੇ ਦਰਸ਼ਕਾਂ ਦੇ ਨਾਲ ਐਜ਼ ਏ ਜੀਓ ਜੀ ਜੋ ਤੁਸੀਂ ਸੇਵਾ ਨਿਭਾਈ ਹੈ ਜਿਹੜਾ ਉਹ ਦੱਸੋ ਕਿ ਕਿਉਂਕਿ ਲੋਕਾਂ ਦਾ ਇੱਕ ਵਿਚਾਰ ਹੈ ਕਿ ਜਿਹੜੀ ਜੀਓ ਜੀ ਹੈ ਨਾ ਉਹ ਸਰਪੰਚਾਂ ਦੇ ਕੰਮਾਂ ਕਾਰਾਂ ਵਿੱਚ ਰੁਕਾਵਟ ਪਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੇ ਜੀਓ ਜੀ ਬਣਾਏ ਸੀ। ਕਿੰਨਾ ਕੁ ਸੱਚ ਹੈ? ਨਹੀਂ ਮੈਡਮ, ਇਸ ਦੇ ਵਿੱਚ ਕੋਈ ਸੱਚਾਈ ਨਹੀਂ ਗੀ ਜੀ। ਕੈਪਟਨ ਅਮਰਿੰਦਰ ਸਿੰਘ ਜੀ ਨੇ ਜੀਓ ਜੀ ਲਾਏ ਸੀ ਵੀ ਪੰਜਾਬ ਜਿਵੇਂ ਆਪਣਾ ਪਹਿਲਾਂ ਇੰਡੀਆ ਦਾ ਪਹਿਲੇ ਨੰਬਰ ਤੇ ਸੂਬਾ ਚੱਲਦਾ ਸੀ, ਆਪਾਂ ਕਿਸੇ ਚੀਜ਼ਾਂ ਦੇ ਵਿੱਚ ਪਿਛੜ ਗਏ ਸੀ। ਜੋ ਵੀ ਲੋਕਾਂ ਨੂੰ ਕੋਈ ਸਹੂਲਤ ਆ ਉਹ ਪ੍ਰੋਪਰ ਲੋਕਾਂ ਤੱਕ ਨਹੀਂ ਪਹੁੰਚਦੀ ਸੀਗੀ। ਵੀ ਇੱਕ ਜੀਓ ਜੀ ਸਰਕਾਰ ਤੇ ਪਿੰਡਾਂ ਦੇ ਵਿੱਚ ਲਿੰਕ ਸਥਾਪਿਤ ਕਰਨਗੇ। ਕੋਈ ਵੀ ਲੋਕਾਂ ਦੇ ਪ੍ਰਤੀ ਸਹੂਲਤ ਆਉਂਦੀ ਹੈ ਤਾਂ ਉਹਨਾਂ ਨੂੰ ਲੋਕਾਂ ਨੂੰ ਹਰ ਚੀਜ਼ ਦੀ ਜਾਣਕਾਰੀ ਮਿਲ ਸਕੇ, ਇਹ ਦੱਸਿਆ ਸੀ। ਤੇ ਇਸ ਦੇ ਵਿੱਚ ਜੀ ਲੋਕਾਂ ਨੂੰ ਭਲਾਈ ਦੇ ਹੀ ਕੰਮ ਕੀਤੇ ਗਏ ਨੇ। ਕੋਈ ਵੀ ਪ੍ਰਕਾਰ ਦਾ ਘਪਲਾ ਕਿਸੇ ਵੀ ਚੀਜ਼ ਨੂੰ ਜੀਓ ਜੀ ਦੀ ਨਿਗਰਾਨੀ ਦੇ ਵਿੱਚ ਹੁੰਦਾ ਸੀ ਤੇ ਲੋਕਾਂ ਨੂੰ ਦੱਸਿਆ ਜਾਂਦਾ ਸੀ ਤੁਹਾਡੀ ਵੀ ਆਹ ਸਹੂਲਤ ਆ ਗਵਰਨਮੈਂਟ ਕਨੀ ਆਈ ਆ, ਇਸ ਦਾ ਇਹ ਬੈਨੀਫਿਟ ਆ। ਪਰ ਜੀਓ ਜੀ ਜਿਵੇਂ ਨਰੇਗਾ ਦੇ ਵਿੱਚ ਕੰਮ ਚੱਲਦਾ ਉਸ ਦੇ ਵਿੱਚ ਨਿਗਰਾਨੀ ਕਰਨ ਲਈ ਇਸ ਤੇ ਜਾਂਦੇ ਸੀ ਵੀ ਸਹੀ ਤਰੀਕੇ ਨਾਲ ਹਰ ਬੰਦਾ ਆ ਕੇ ਟਾਈਮ ਤੇ ਕੰਮ ਕਰਦਾ। ਨਹੀਂ ਤਾਂ ਕਈ ਵਾਰ ਕੀ ਆ ਵੀ ਕੋਈ ਨਰੇਗਾ ਦੇ ਵਿੱਚ 60 ਲੇਡੀਜ਼ ਲੱਗੀਆਂ ਨੇ, ਹਾਜ਼ਰੀ 70 ਦੀ ਲੱਗਦੀ ਸੀਗੀ। ਵੀ ਜੇ 70 ਜਿੰਨੇ ਉੱਥੇ ਗਰਾਊਂਡ ਤੇ ਹਾਜ਼ਰੀ ਵੀ ਉਹਨਾਂ ਦੀ ਲੱਗ ਰਹੀ ਹੈ, ਇਹ ਚੈਕਿੰਗ ਕਰਨ ਗਏ ਸੀ। ਬਾਕੀ ਉਹਨਾਂ ਦਾ ਆਪਸ ਵਿੱਚ ਕੀ ਰੌਲਾ ਪਿਆ ਜੀ, ਜੋ ਬੱਚਾ ਬਾਲ ਪੋਤਿਆਂ ਵਾਲਾ ਜੀ ਉਹਨੇ ਕੀ ਇਹੋ ਜਿਹਾ ਕੋਈ ਗਲਤ ਵਿਚਾਰ ਕਰੂਗਾ। ਸਾਡੇ ਪਿੰਡ ਵੀ ਲੇਡੀਜ਼ ਨਰੇਗਾ ਦੇ ਕੰਮ ਕਰਦੀਆਂ, ਅਸੀਂ ਉੱਥੇ ਕੋਈ ਜੈਂਟਸ ਅਲਾਉਡ ਹੀ ਨਹੀਂ ਕਰਦੇ। ਉਹਨਾਂ ਦੀ ਜੋ ਮੇਡ ਆ ਜੋ ਵੀ ਉਹਨਾਂ ਦਾ ਉੱਥੇ ਲੇਡੀਜ਼ ਹੀ ਦੇਖੂਗੀ, ਵੀ ਜੈਂਟਸ ਕੋਈ ਜਾਊਗਾ ਹੀ ਨਹੀਂ, ਇਹੋ ਜਿਹੀ ਕੋਈ ਪ੍ਰੋਬਲਮ ਕਦੇ ਆਵੇ ਹੀ ਨਾ ਜੀ। ਬਟ ਹੁਣ ਤਾਂ ਪ੍ਰੋਬਲਮ ਆ ਹੀ ਨਹੀਂ ਸਕਦੀ ਕਿਉਂਕਿ ਸਾਰੀਆਂ ਅਟੈਂਡੈਂਸ ਜਿਹੜੀਆਂ ਆਨਲਾਈਨ ਪੈਣ ਲੱਗ ਗਈਆਂ ਨੇ। ਚਲੋ ਆਪਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਤੁਹਾਡੇ ਪਿੰਡ ਦੇ ਸੰਬੰਧ ਵਿੱਚ ਹੀ। ਦਰਸ਼ਕਾਂ ਨੂੰ ਇੱਕ ਜਾਣਕਾਰੀ ਦੇਣਾ ਚਾਹਾਂਗੇ ਕਿ ਸਾਡੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਇੱਕ ਜਿਹੜਾ ਨਾਰਾ ਹੈ ਜਦੋਂ ਉਹ ਲਿਆ ਜਾਂਦਾ ਹੈ ਨਾ ਤਾਂ ਲੋਕਾਂ ਦੇ ਦਿਲਾਂ ਦੀ ਜਿਹੜੀਆਂ ਧੜਕਣਾਂ ਨੇ ਉਹ ਤੇਜ਼ ਹੋ ਜਾਂਦੀਆਂ। ਉਹ ਨਾਰਾ ਹੈ ਜੈ ਜਵਾਨ ਜੈ ਕਿਸਾਨ। ਔਰ ਜੇਕਰ ਆਪਾਂ ਗੱਲ ਕਰੀਏ ਜਤਿੰਦਰ ਸਿੰਘ ਜੀ ਦੀ ਤਾਂ ਜਤਿੰਦਰ ਜੀ ਜੈ ਜਵਾਨ ਜੈ ਕਿਸਾਨ ਦੇ ਨਾਰੇ ਦੇ ਉੱਤੇ ਜੇਕਰ ਇਹਨਾਂ ਦੀ ਗੱਲ ਕਰੀਏ ਤਾਂ ਜਤਿੰਦਰ ਜੀ ਫੌਜੀ ਵੀ ਨੇ ਕਿਉਂਕਿ ਜਦੋਂ ਜੀਓ ਜੀ ਦਾ ਤੁਹਾਨੂੰ ਪਤਾ ਹੀ ਹੈ ਕਿ ਫੌਜੀ ਇਨਸਾਨ ਹੀ ਜੀਓ ਜੀ ਲੱਗ ਸਕਦਾ ਹੈ। ਔਰ ਦੂਸਰਾ ਆਪਣੇ ਪਿੰਡ ਦੇ ਵਸਨੀਕ ਨੇ, ਖੇਤੀਬਾੜੀ ਕਰਨ ਨੂੰ ਇਸ ਵਕਤ ਐਜ਼ ਏ ਸਰਪੰਚ ਆਪਣੇ ਪਿੰਡ ਦੀ ਸੇਵਾ ਨਿਭਾ ਰਹੇ ਨੇ। ਆਪਾਂ ਗੱਲ ਕਰਦੇ ਹਾਂ ਐਜ਼ ਏ ਜਿਹੜਾ ਆਪਣਾ ਨਾਰਾ ਆਪਣੇ ਪੰਜਾਬ ਹੀ ਨਹੀਂ ਪੂਰੇ ਭਾਰਤ ਦੇ ਵਿੱਚ ਜੈ ਜਵਾਨ ਜੈ ਕਿਸਾਨ ਦਾ। ਸਾਡੇ ਦਰਸ਼ਕਾਂ ਨਾਲ ਪਹਿਲਾਂ ਇਹ ਗੱਲ ਸਾਂਝੀ ਕਰੋ ਕਿ ਤੁਸੀਂ ਫੌਜ ਦੇ ਵਿੱਚ ਕਿਹੜੇ ਸੰਨ ਤੋਂ ਰਿਟਾਇਰ ਹੋਏ ਤੇ ਰਿਟਾਇਰ ਹੋਣ ਤੋਂ ਬਾਅਦ ਕਿਹੜੇ ਸੰਨ ਵਿੱਚ ਸਿਆਸਤ ਵਿੱਚ ਆਏ? ਮੈਂ ਆਰਮੀ ਦੇ ਵਿੱਚੋਂ ਮੈਂ 2012 ਦੇ ਵਿੱਚ ਜੀ ਐਜ਼ ਏ ਨੈਕ ਰੈਂਕ ਦੀ ਪੈਨਸ਼ਨ ਆਇਆ ਜੀ। ਸਿਆਸਤ ਦੇ ਵਿੱਚ ਜੀ ਮੈਂ 16 ਜੀਓ ਜੀ ਅਟੈਂਡ ਕਰਨ ਤੋਂ ਬਾਅਦ ਹੀ ਸਿਆਸਤ ਦੇ ਵਿੱਚ ਮੈਂ ਆਇਆ ਜੀ। ਵੈਸੇ ਦੇਖਿਆ ਜਾਵੇ ਤਾਂ ਜੀਓ ਜੀ ਬਣ ਕੇ ਬੰਦਾ ਸਿਆਸਤ ਵਿੱਚ ਹੀ ਹੋ ਜਾਂਦਾ। ਵੱਖਰੀ ਗੱਲ ਹੈ ਵੀ ਕੈਪਟਨ ਸਾਹਿਬ ਨੇ ਉਹਨਾਂ ਨੂੰ ਕੀਤਾ ਹੋਇਆ ਸੀ ਹੈ ਮੈਮ। ਪਰ ਉਸ ਤੋਂ ਜੀਓ ਜੀ ਤੋਂ ਬਾਅਦ ਹੀ ਪਤਾ ਚੱਲਿਆ ਨਾ ਵੀ ਇਸ ਤਰੀਕੇ ਨਾਲ ਇਹ ਚੀਜ਼ ਘਪਲਾ ਚੱਲਦਾ, ਜਿਵੇਂ ਰਾਸ਼ਨ ਡੀਪੂ ਜਾਂ ਹੋਰ। ਜਦੋਂ ਆਪਾਂ ਕਿਸੇ ਚੀਜ਼ ਨੂੰ ਕਰਾਂਗੇ ਫੜਾਂਗੇ ਜੀ, ਕਹਿਣਾ ਤਾਂ ਬਹੁਤ ਸੌਖਾ ਵੀ ਫਲਾਨਾ ਖਾ ਗਿਆ ਜੀ, ਸਭ ਖਾ ਗਏ ਇਹ ਉਹ। ਇਸੇ ਲਈ ਕੋਸ਼ਿਸ਼ ਕੀਤੀ ਜੀ ਵਿੱਚ ਆ ਕੇ ਕਰਕੇ ਦਿਖਾਈਏ, ਵੀ ਕਹਿਣ ਨਾਲ ਇਕੱਲੀ ਗੱਲ ਨਹੀਂ ਬਣਦੀ ਜੀ। ਜਤਿੰਦਰ ਜੀ ਇੱਕ ਮੈਂ ਚਾਨਣਾ ਆਪਣੀ ਦੁਆਰਾ ਤੁਹਾਡੀ ਹੈ ਨਾ ਜੀਓ ਜੀ ਦੀ ਪੋਸਟ ਦੇ ਰਿਗਾਰਡਿੰਗ ਇਹ ਜਿਹੜੇ ਪਿੰਡਾਂ ਦੇ ਵਿੱਚ ਕਣਕ ਵੰਡੀ ਜਾਂਦੀ ਹੈ ਜਾਂ ਰਾਸ਼ਨ ਵੰਡਿਆ ਜਾਂਦਾ ਹੈ। ਆਪਾਂ ਕਣਕ ਦੀ ਹੀ ਗੱਲ ਕਰ ਰਹੇ ਹਾਂ। ਮੰਨ ਲਓ ਇੱਕ ਪਰਿਵਾਰ ਦੇ 5 ਜੀ ਨੇ ਤੇ ਕੀ ਉਹ ਜਿਹੜੀ ਕਣਕ ਹੈ 5 ਜੀਆਂ ਲਈ ਆਉਂਦੀ ਹੈ ਜਾਂ ਫਿਰ 5 ਦੇ ਵਿੱਚੋਂ 2 ਦੇ ਹਿੱਸੇ ਦੀ ਕਣਕ ਆਉਂਦੀ ਤੇ 3 ਦੀ ਕੱਟ ਲਈ ਜਾਂਦੀ ਹੈ? ਮੈਂ ਇਹਦੇ ਵਿੱਚ ਇਹ ਹੈ ਜੀ ਪਰਿਵਾਰ ਦੇ ਜੀ ਆਪਾਂ 5 ਜਾਂ 7 ਜਾਂ 9 ਆ, ਜਿੰਨੇ ਵੀ ਜੀ ਆ ਸਭ ਦਾ ਰਾਸ਼ਨ ਆਉਂਦਾ। ਬਾਕੀ ਕਾਰਡ 2 ਪ੍ਰਕਾਰ ਦੇ ਹੁੰਦੇ ਜੀ, ਨੀਲੇ ਤੇ ਪੀਲੇ। ਜੋ ਪੀਲਾ ਕਾਰਡ ਹੈ ਜੀ ਉਹ ਜੋ ਪਰਿਵਾਰ ਬਹੁਤ ਜ਼ਿਆਦਾ ਗਰੀਬੀ ਰੇਖਾ ਨੀਚੇ ਉਹ ਪਰਿਵਾਰਾਂ ਨੂੰ ਦਿੰਦੇ ਆ। ਉਹ ਹਰ ਪਿੰਡ ਦੇ ਵਿੱਚ 5 ਜਾਂ 7 ਕਾਰਡ ਨੇ। ਉਹਦੇ ਵਿੱਚ ਪਰਿਵਾਰ ਦੇ ਜੀਆਂ ਦੀ ਕੋਈ ਹੁੰਦਾ ਨਹੀਂ ਵੀ 1 ਨੇ ਜਾਂ 2 ਨੇ। ਉਹਨਾਂ ਨੂੰ 6 ਮੰਥ ਦੀ 2.5 ਕੁਇੰਟਲ ਕਣਕ ਆਉਣੀ ਆਉਣੀ ਆ, ਚਾਹੇ ਉਹ ਇੱਕ ਪਰਿਵਾਰਕ ਮੈਂਬਰ ਹੈ। ਨਹੀਂ ਤਾਂ ਇੱਕ ਪਰਿਵਾਰ ਦੀ 30 ਕਿਲੋ ਹੁੰਦੀ ਆ, ਇੱਕ ਜੀ ਦੀ 6 ਮੈਂਬਰ ਹੋ ਗਏ ਤਾਂ 1 ਕੁਇੰਟਲ 80 ਕਿਲੋ ਹੋ ਗਈ। ਪਰ ਜੇ ਕਿਸੇ ਦਾ ਪੀਲਾ ਕਾਰਡ ਆ ਤਾਂ ਉਹਨੂੰ 2.5 ਕੁਇੰਟਲ ਹਰ 6 ਮਹੀਨੇ ਬਾਅਦ ਮਿਲਣੀ ਆ। 1 ਜੀ ਆ 2 ਆ 3 ਉਹਦਾ ਕੋਈ ਮਤਲਬ ਨਹੀਂ ਜੀ। ਬਾਕੀ 9 ਜੀ ਨੇ ਤਾਂ 9 ਦਾ ਰਾਸ਼ਨ ਆਊ, 10 ਨੇ 12 ਨੇ, ਹਰੇਕ ਦੀ ਇੱਕ ਪਰਿਵਾਰਕ ਮੈਂਬਰ 30 ਕਿਲੋ ਹਿਸਾਬ ਨਾਲ ਉਨੀ ਕਣਕ ਆਊਗੀ ਜੀ।
ਪਰ ਇੱਕ ਗੱਲ ਦਾ ਹੋਰ ਜਵਾਬ ਦੇ ਦਿਓ, ਜੇਕਰ ਆਪਾਂ ਗੱਲ ਕਰੀਏ ਹੈ ਨਾ ਪਿੰਡ ਦੇ ਵਸਨੀਕਾਂ ਦੀ, ਤਾਂ ਤੁਹਾਨੂੰ ਪਤਾ ਹੈ ਕਿ ਬੀਬੀਆਂ ਸਾਡੀਆਂ ਜ਼ਿਆਦਾ ਜ਼ਿੰਮੇਵਾਰੀ ਨਹੀਂ ਲੈਂਦੀਆਂ। ਉਹਨਾਂ ਨੂੰ ਜਿਹੜੀ ਕਣਕ ਦੀ ਰਸੀਦ ਪਰਚੀ ਵਗੈਰਾ ਦਿੱਤੀ ਜਾਂਦੀ ਹੈ, ਉਹ ਚੁੰਨੀ ਨਾਲ ਗੱਠ ਬੰਨ੍ਹ ਲੈਂਦੀਆਂ ਨੇ ਤੇ ਪਤਾ ਲੱਗਦਾ ਵੀ ਉਹ ਜਿਹੜੀ ਆਪਾਂ ਚੁੰਨੀ ਧੋ ਲਈ ਤੇ ਆਪਣੀ ਉਹ ਜਿਹੜੀ ਪਰਚੀ ਹੈਗੀ ਹੈ ਗੁੰਮ ਹੋ ਗਈ। ਤੇ ਜਦੋਂ ਉਹ ਡਿਪੂ ਹੋਲਡਰ ਤੋਂ ਕਣਕ ਲੈਣ ਜਾਂਦੀਆਂ ਨੇ ਤਾਂ ਉਹ ਕਹਿੰਦੇ ਨੇ ਪਹਿਲਾਂ ਪਰਚੀ ਲਿਆਓ, ਪਰਚੀ ਨਹੀਂ ਹੈਗੀ ਤਾਂ ਕਣਕ ਨਹੀਂ ਮਿਲੇਗੀ। ਇਸ ਦਾ ਕੀ ਤੋੜ ਹੈ? ਮੈਂ ਫਿਲਹਾਲ ਤਾਂ ਇਹ ਹੁੰਦਾ ਜੀ, ਇੱਕ ਸਾਈਡ ਪਰਚੀ ਕੱਟ ਰਹੇ ਨੇ, ਦੂਸਰੀ ਸਾਈਡ ਨਾਲ ਹੁੰਦੀ ਕਣਕ ਦਿੰਦੇ ਨੇ। ਪਰ ਜੇ ਕਿਸੇ ਦੀ ਅਚਾਨਕ ਪਰਚੀ ਗੁੰਮ ਵੀ ਹੋ ਗਈ, ਇੰਨਾ ਤਾਂ ਜੀ ਉਹ ਮਸ਼ੀਨ ਦੇ ਉੱਤੇ ਰਿਕਾਰਡ ਤੋਂ ਪਤਾ ਲੱਗ ਜਾਂਦਾ ਵੀ ਇਸ ਪਰਿਵਾਰ ਦੀ ਪਰਚੀ ਕੱਟੀ ਗਈ, ਵੀ ਇਸਨੇ ਕਣਕ ਰਿਸੀਵਡ ਕਰ ਲਈ ਜਾਂ ਨਹੀਂ। ਬਾਕੀ ਜੇ ਹੁਣ ਗੁੰਮ ਹੀ ਹੋ ਜਾਂਦੀ ਹੈ ਜੀ, ਦੁਨੀਆ ਤਾਂ ਯਕੀਨ ਦੇ ਨਾਮ ਤੇ ਚੱਲਦੀ ਹੈ ਜੀ। ਕੋਈ ਵੀ 30 ਕਿਲੋ ਕਣਕ ਪਿੱਛੇ ਝੂਠ ਤਾਂ ਬੋਲੂਗਾ ਨਹੀਂ ਜੀ। ਬਿਲਕੁਲ, ਜਦ ਕਿ ਸਾਰਾ ਕੁਝ ਹੁਣ ਆਨਲਾਈਨ, ਸਰਕਾਰੀ ਕੰਮ ਸਾਰੇ ਆਨਲਾਈਨ ਚੱਲ ਰਹੇ ਨੇ। ਤੇ ਇੱਕ ਪਰਸਨਲੀ ਕੁਐਸਚਨ ਇਹ ਦੱਸੋ, ਜਦੋਂ ਤੁਸੀਂ ਜੀਓ ਜੀ ਸੀ ਤੁਹਾਡੀ ਤਨਖਾਹ ਕਿੰਨੀ ਸੀ? 12,000 ਰੁਪਏ ਮੈਡਮ। ਤੇ 12,000 ਰੁਪਇਆ ਛੱਡ ਕੇ, ਕਿਉਂਕਿ ਕੋਈ ਵੀ ਫੌਜੀ ਬੰਦਾ ਹੈ ਉਹਦੀ ਪੈਨਸ਼ਨ ਵੀ ਆ ਰਹੀ ਹੈ ਤੇ ਜੀਓ ਜੀ ਲੱਗ ਗਏ, ਉਹਨੇ ਤਨਖਾਹ ਲੈ ਰਹੇ ਨੇ, ਤੇ 12,000 ਰੁਪਏ ਸਰਪੰਚੀ ਦਾ ਜਿਹੜਾ ਅਹੁਦਾ ਹੈ ਇਹ ਤਾਂ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲਾ ਔਰ ਖਰਚੇ ਵਾਲਾ ਹੈ। ਤੁਸੀਂ ਆਪਣੇ ਜੀਓ ਜੀ ਦਾ 12,000 ਰੁਪਇਆ ਛੱਡ ਕੇ ਸਰਪੰਚ ਬਣਨ ਦੇ ਜ਼ਿੰਮੇਵਾਰੀ ਦੇ ਬਾਰੇ ਕਿਸ ਤਰ੍ਹਾਂ ਵਿਚਾਰ ਆ ਗਿਆ? ਮੈਂ ਪਿੰਡ ਦੀ ਸਹਿਮਤੀ ਜੀ, ਕੁਝ ਲੋਕਾਂ ਦਾ ਯਕੀਨ ਦਿਖਾਉਣਾ। ਜਦੋਂ ਆਪਾਂ ਪਿੰਡਾਂ ਦੇ ਵਿੱਚ ਰਹਿੰਦੇ ਜੀ, ਕੋਈ ਭਾਈਚਾਰਾ ਸਾਰਾ ਕਿਸੇ ਚੀਜ਼ ਲਈ ਆਪਾਂ ਨੂੰ ਇੱਛਾ ਜਤਾਉਂਦਾ, ਆਪਾਂ ਉਸ ਚੀਜ਼ ਤੋਂ ਭੱਜ ਨਹੀਂ ਸਕਦੇ। ਮਤਲਬ ਪਰਿਵਾਰ ਚਲਾਉਣਾ, ਹਰ ਬੰਦੇ ਨੇ ਪੈਸਾ ਹਰ ਚੀਜ਼ ਲਈ ਜ਼ਰੂਰੀ ਹੈ ਜੀ। ਪਰ ਇੱਕ ਆਪਾਂ ਭਾਈਚਾਰੇ ਰਹਿੰਦੇ, ਭਾਈਚਾਰਾ ਕੋਈ ਵੀ ਇੱਛਾ ਰੱਖਦਾ ਜਾਂ ਪਿੰਡ ਦੇ ਲੋਕ ਸਿਆਣੇ ਬਜ਼ੁਰਗ ਮਾਵਾਂ ਭੈਣਾਂ ਕਹਿੰਦੇ ਨੇ ਵੀ ਤੁਸੀਂ ਇਹ ਚੀਜ਼ ਕਰੋ, ਵੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ, ਤਾਂ ਇਸ ਲਈ ਉਹ ਛੱਡ ਕੇ ਜੀ ਇਸ ਲਾਈਨ 'ਚ ਆਉਣਾ ਪਿਆ। ਚਲੋ ਬਹੁਤ ਵਧੀਆ। ਤੇ ਜਦੋਂ ਤੁਹਾਨੂੰ ਤੁਹਾਡੇ ਪਿੰਡ ਵਾਲਿਆਂ ਨੇ ਸਰਪੰਚੀ ਦਾ ਮਾਣ ਬਖਸ਼ਿਆ ਤਾਂ ਪਰਿਵਾਰ ਦੇ ਵਿੱਚ ਕੀ ਮਾਹੌਲ ਸੀ? ਕਿਉਂਕਿ 12,000 ਸੈਲਰੀ ਬੰਦ ਹੋ ਗਈ ਸੀ, ਤੇ ਪਰਿਵਾਰ ਵਿੱਚ ਕੀ ਮਾਹੌਲ ਸੀ? ਖਰਚਾ ਖੜਾ ਹੋ ਗਿਆ ਸੀ? ਨਹੀਂ ਮੈਂ ਇਹੋ ਜਿਹਾ ਕੋਈ ਚੱਕਰ ਨਹੀਂ ਸੀ, ਪਰਿਵਾਰ ਨੇ ਤਾਂ ਹਮੇਸ਼ਾ ਸਾਥ ਦਿੱਤਾ ਜੀ। ਪਰ ਫਿਰ ਵੀ ਇੱਕ ਇਹ ਚਾਹੁੰਦੇ ਹੁੰਦੇ ਵੀ ਇਹ ਅਸੀਂ ਰਾਜਨੀਤੀ ਲੈਣ ਹੈ ਜੀ, ਚ ਦੁਸ਼ਮਣੀ ਆਪਾਂ ਗਲਤ ਨੂੰ ਗਲਤ ਕਹਾਂਗੇ ਜੀ। ਚਾਹੇ ਮੈਂ ਹੀ ਗਲਤ ਹਾਂ, ਮੈਂ ਆਪਦੇ ਆਪ ਨੂੰ ਗਲਤ ਮੰਨੂਗਾ ਨਹੀਂ। ਇਸ ਲਈ ਕੋਈ ਮੰਨਿਆ, ਪਰਿਵਾਰ ਥੋੜਾ ਜਿਹਾ ਚਾਹੁੰਦਾ ਸੀ ਵੀ ਆਪਾਂ ਦੁਸ਼ਮਣੀ ਵਧਾਂਗੇ, ਲੋਕ ਨਾਰਾਜ਼ਗੀ ਕਰਨਗੇ। ਪਰ ਜੇ ਕੋਈ ਚੰਗਾ ਕੰਮ ਕਰਨਾ ਜੀ ਤਾਂ ਚੰਗੇ ਮਾੜੇ ਸਭ ਬਣ ਕੇ ਚੱਲਣਾ ਹੀ ਪੈਂਦਾ। ਤੇ ਪਿੰਡ ਵਿੱਚੋਂ ਸਾਨੂੰ ਇਹ ਵੀ ਜਾਣਕਾਰੀ ਮਿਲੀ ਹੈ ਵੀ ਤੁਹਾਡੇ ਜੋ ਸਾਬਕਾ ਸਰਪੰਚ ਨੇ, ਸਾਬਕਾ ਸਰਪੰਚ ਔਰ ਮੌਜੂਦਾ ਸਰਪੰਚ ਦੋਨਾਂ ਜਦੋਂ ਚਾਹ ਦਾ ਕੱਪ ਪੀਂਦੇ ਨੇ ਤਾਂ ਇੱਕ ਕੱਪ ਵਿੱਚੋਂ ਇੱਕ ਇੱਕ ਘੁੱਟ ਪੀ ਲੈਂਦੇ ਨੇ। ਇਹ ਪਿਆਰ ਤੁਸੀਂ ਕਿਸ ਤਰ੍ਹਾਂ ਬਰਕਰਾਰ ਰੱਖਿਆ? ਕਿਉਂਕਿ ਪੰਚਾਇਤਾਂ ਸਾਬਕਾ ਔਰ ਮੌਜੂਦਾ ਦਾ ਤਾਲਮੇਲ ਬਹੁਤ ਘੱਟ ਦੇਖਿਆ ਗਿਆ ਹੈ। ਮੈਂ ਅਸੀਂ ਬਚਪਨ ਤੋਂ ਹੀ ਮਤਲਬ ਫਸਟ ਕਲਾਸ ਤੋਂ ਕਲਾਸ ਪਹਿਲੋਂ ਦੋਨੋਂ। ਬਾਕੀ ਕੁਝ ਵਿਚਾਰ ਰਲਣ ਦੀ ਗੱਲ ਹੋ ਜਾਂਦੀ ਹੈ ਜੀ। ਮਤਲਬ ਕੋਈ ਵੀ ਬੰਦਾ ਹਰ ਚੀਜ਼ ਹਰ ਨੂੰ ਨਹੀਂ ਆਉਂਦੀ ਹੁੰਦੀ। ਉਹਨਾਂ ਨੇ ਮੇਰੇ ਤੋਂ ਪਹਿਲਾਂ ਇਹ ਸੇਵਾ ਨਿਭਾ ਚੁੱਕੇ ਨੇ, ਕੋਈ ਵੀ ਮਾੜੀ ਸਲਾਹ ਨਹੀਂ ਦਿੰਦੇ। ਉਹ ਜਿੱਥੇ ਮੈਨੂੰ ਕੋਈ ਜਾਣਕਾਰੀ ਜ਼ਰੂਰਤ ਆ ਉਹ ਦਿੰਦੇ ਨੇ। ਵੈਸੇ ਕੋਈ ਦਖਲਅੰਦਾਜ਼ੀ ਉਹ ਕਰਦੇ ਨਹੀਂ। ਮਤਲਬ ਉਹ ਕਹਿੰਦੇ ਲੋਕਾਂ ਨੇ ਜੋ ਮਾਣ ਬਖਸ਼ਿਆ ਵੀ ਮੈਂ ਡਿਊਟੀ ਕੀਤੀ ਤੂੰ ਕਰ, ਕਿਤੇ ਵੀ ਪ੍ਰੋਬਲਮ ਹੋਊ ਤਾਂ ਬੜੇ ਬ੍ਰਦਰ ਦੇ ਤੌਰ ਹਮੇਸ਼ਾ ਨਾਲ ਖੜੇ ਨੇ ਜੀ ਉਹ। ਚਲੋ ਤੁਹਾਡਾ ਇਹ ਪਿਆਰ ਇਸ ਤਰ੍ਹਾਂ ਹੀ ਬਣਿਆ ਰਹੇ। ਤੇ ਹੁਣ ਜਾਣਕਾਰੀ ਕਰ ਲੈਂਦੇ ਆ ਤੁਹਾਡੇ ਤੋਂ, ਤੁਹਾਡੇ ਪਿੰਡ ਰਣੀਆਂ ਦੇ ਸੰਬੰਧ ਵਿੱਚ। ਸਾਡੇ ਦਰਸ਼ਕਾਂ ਨੂੰ ਇਹ ਚਾਨਣਾ ਪਾਓ, ਤੁਹਾਡੇ ਪਿੰਡ ਦੀ ਪੰਚਾਇਤੀ ਜ਼ਮੀਨ ਕਿੰਨੀ ਆ ਔਰ ਉਸ ਤੋਂ ਆਮਦਨ ਕਿੰਨੀ ਹੈ? ਮੈਂ ਪੰਚਾਇਤੀ ਜ਼ਮੀਨ ਸਾਡੇ ਕੋਲ 16.5 ਕਿੱਲੇ ਬਚੀ ਹੈ ਜੀ। ਪਹਿਲਾਂ 12.5 ਕਿੱਲੋ ਜੋ ਰੋੜਾ ਪੈਲਸ ਦੀ ਦਾਣਾ ਮੰਡੀ ਹੈ ਸਾਡੀ, ਉਹਨਾਂ ਨੂੰ ਸੇਲ ਹੋ ਚੁੱਕੀ ਆ। ਤਕਰੀਬਨ ਸਾਨੂੰ ਜੀ 6 ਲੱਖ ਰੁਪਈਆ ਆਮਦਨ ਆਉਂਦੀ ਆ, ਉਹ ਚੋਂ 30% BDPO ਦਫ਼ਤਰ ਨੂੰ ਚਲਿਆ ਜਾਂਦਾ। ਮਤਲਬ ਸਾਡੇ ਕੋਲ 5 ਲੱਖ ਰੁਪਏ ਸਾਲਾਨਾ ਆਮਦਨ ਬਚਦੀ ਹੈ ਜੀ ਪੰਚਾਇਤੀ ਜ਼ਮੀਨ ਦੇ ਉੱਪਰੋਂ। ਔਰ ਤੁਹਾਡੇ ਕਾਰਜਕਾਲ ਦੇ ਵਿੱਚ ਇਸ ਵਾਰੀ ਚੌਥੀ ਬੋਲੀ ਹੋਈ ਹੈ ਤੇ 4 ਬੋਲੀਆਂ ਦਾ ਪੈਸਾ ਜੇਕਰ ਆਪਾਂ ਗੱਲ ਕਰੀਏ ਤਾਂ ਕੁੱਲ ਹੁਣ ਤੱਕ ਕਿੰਨਾ ਆ ਗਿਆ ਤੁਹਾਡੇ ਕੋਲ? ਮੈਂ ਪਹਿਲਾਂ ਜਿਵੇਂ ਪਹਿਲੀ ਬੋਲੀ ਸੀ 4.5 ਲੱਖ ਦੇ ਕਰੀਬ ਉਹਦਾ ਆਇਆ ਸੀਗਾ। ਉਸ ਦੇ ਵਿੱਚ ਬਿਜਲੀ ਬਿੱਲ, ਸਕੂਲਾਂ ਦੇ ਬਿੱਲ, ਲਾਈਟ ਰਿਪੇਅਰ, ਸੈਲਰੀ, ਇਹ ਵੀ ਖਰਚ ਹੁੰਦੇ, ਛੱਪੜ ਖਾਲੀ ਕਰਾਈ ਤੇ ਜੀ। ਉਸ ਦੇ ਵਿੱਚੋਂ ਜੋ ਵਿੱਤ ਕਮਿਸ਼ਨ ਦੇ ਗਵਰਨਮੈਂਟ ਕਮਿਸ਼ਨ ਉਹ ਚੱਲਦੇ ਆ। ਇਸ ਵਾਰ ਸਭ ਤੋਂ ਜ਼ਿਆਦਾ ਜੀ ਬੋਲੀ ਦਾ ਆਇਆ 6 ਲੱਖ ਰੁਪਏ ਦੇ ਕਰੀਬ ਆਇਆ। ਉਸ ਦੇ ਵਿੱਚੋਂ ਅਸੀਂ 180 ਦਾ ਸੋਲਰ ਸਿਸਟਮ ਲਗਵਾਇਆ ਜੀ। ਬਾਕੀ ਇਹ ਤੁਹਾਨੂੰ ਪਤਾ ਸਾਰਾ ਸਾਲ ਕੱਢਣਾ ਜੀ, ਹੋਰ ਵੀ ਖਰਚੇ ਚੱਲਦੇ ਰਹਿਣਗੇ ਉਹਦੇ ਵਿੱਚੋਂ। ਆਪਾਂ ਗੱਲ ਕਰੀਏ ਕਰੀਬ 18 ਤੋਂ 20 ਲੱਖ ਰੁਪਇਆ ਜਿਹੜਾ ਹੈ ਤੁਹਾਡੀ ਪੰਚਾਇਤ ਦੇ ਕੋਲ 4 ਸਾਲ ਦੇ ਵਿੱਚ ਆ ਗਿਆ ਪੰਚਾਇਤੀ ਜ਼ਮੀਨ ਦਾ। ਤੇ ਤੁਹਾਡੇ ਪਿੰਡ ਦੇ ਵੋਟਰਾਂ ਦੀ ਜੇਕਰ ਗੱਲ ਕਰੀਏ, ਹੁਣ ਇਹ ਚਾਨਣਾ ਪਾਓ ਤੁਹਾਡੇ ਪਿੰਡ ਦੀਆਂ ਕੁੱਲ ਕਿੰਨੀਆਂ ਵੋਟਾਂ ਨੇ ਤੇ ਤੁਹਾਡੀ ਝੋਲੀ ਵਿੱਚ ਕਿੰਨੀਆਂ ਵੋਟਾਂ ਪਈਆਂ ਸੀ? ਮੈਂ ਉਸ ਟਾਈਮ ਸਾਡੇ ਪਿੰਡ ਦੇ ਵਿੱਚ 1645 ਵੋਟਾਂ ਸੀਗੀਆਂ, ਜਿਸ ਦੇ ਵਿੱਚੋਂ 1380 ਦੇ ਕਰੀਬ ਪੋਲ ਹੋਈਆਂ ਸੀ। 677 ਮੈਨੂੰ ਪਈਆਂ ਸੀ। 580 ਜੋ ਕੈਂਡੀਡੇਟ ਮੇਰੇ ਤੋਂ ਹਾਰ ਗਏ ਸੀ ਉਹਨਾਂ ਨੂੰ ਜੀ। 26 ਵੋਟਾਂ ਕੈਂਸਲ ਸੀਗੀਆਂ ਜੀ। ਹੁਣ ਉਸ ਤੋਂ ਬਾਅਦ ਜੀ ਤੁਹਾਨੂੰ ਪਤਾ ਸ਼ਹਿਰ ਦੇ ਨੇੜੇ ਪਿੰਡ ਵੋਟਾਂ ਵਧ ਗਈਆਂ ਜੀ, 2000 ਦੇ ਕਰੀਬ ਜਾ ਚੁੱਕੀਆਂ ਨੇ। ਤੇ ਤੁਹਾਡੇ ਮੈਂਬਰ ਪੰਚਾਇਤ ਕਿੰਨੇ ਆ? 9 ਮੈਮ। ਤੇ ਸਰਪੰਚ ਸਾਹਿਬ ਇੱਕ ਚਾਨਣਾ ਹੋਰ ਪਾਓ, ਤੁਹਾਡੇ ਪਿੰਡ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਹੈ ਜਿੱਥੇ ਝੁੱਲੇ ਲੱਗੇ ਹੋਏ ਨੇ, ਉਹ ਵਾਰਡ ਨੰਬਰ ਕਿੰਨਾ ਹੈ ਤੇ ਉਸ ਵਾਰਡ ਦੇ ਮੈਂਬਰ ਪੰਚਾਇਤ ਕੌਣ ਹੈ? ਮੈਂ ਉਹ 3 ਨੰਬਰ ਤੇ 4 ਨੰਬਰ ਵਾਰਡ ਆਉਂਦਾ ਜੀ। ਉਧਰੋਂ ਇੱਕ ਲੇਡੀਜ਼ ਪੰਚ ਨੇ ਜੀ, ਮਿਸ ਅਮਰਜੀਤ ਕੌਰ ਜੀ, ਇੱਕ ਸਰਦਾਰ ਮੇਜਰ ਸਿੰਘ ਪੰਚ ਨੇ ਜੀ। ਉਹ ਉਧਰ ਲੱਗੇ ਨੇ ਜੀ ਝੁੱਲੇ ਜੀ ਦੋਨਾਂ।
ਤੇ ਸਰਪੰਚ ਸਾਹਿਬ, ਜੇਕਰ ਆਪਾਂ ਗੱਲ ਕਰੀਏ ਤੁਹਾਡੇ ਮੈਂਬਰ ਪੰਚਾਇਤਾਂ ਦੀ, ਤਾਂ ਪਿੰਡ ਦੀ ਜਿਹੜੀ ਜ਼ਿੰਮੇਵਾਰੀ, ਆਪਣੇ ਆਪਣੇ ਵਾਰਡ ਦੀ ਜ਼ਿੰਮੇਵਾਰੀ ਤੁਹਾਡੇ ਮੈਂਬਰ ਪੰਚਾਇਤ ਚੁੱਕਦੇ ਨੇ ਜਾਂ ਫਿਰ ਉਹ ਜ਼ਿੰਮੇਵਾਰੀ ਤੁਹਾਡੇ ਹੀ ਮੋਢਿਆਂ ਤੇ ਆ ਕੇ ਪੈਂਦੀ ਆ? ਨਹੀਂ ਮੈਮ, ਪੰਚਾਇਤ ਮੈਂਬਰ ਵਾਰਡ ਦੀ ਬੰਦੇ ਵਿੱਚ ਚੱਕਦੇ ਆ ਜੀ। ਜਿਵੇਂ ਗਵਰਨਮੈਂਟ ਦੇ ਵਿੱਚ ਹੁੰਦਾ ਜੀ ਵਿਭਾਗ ਵੰਡਦੇ, ਐਵੇਂ ਅਸੀਂ ਪਿੰਡ ਦੇ ਆਪਦੇ ਕੰਮ ਵੰਡੇ ਹੋਏ ਨੇ ਵੀ ਕੋਈ ਪੰਚਾਇਤ ਮੈਂਬਰ ਖੇਤੀਬਾੜੀ ਸੰਦਾਂ ਵਾਲੇ ਦੇਖ ਰੇਖ ਕਰੂਗਾ, ਕੋਈ ਸਫਾਈ ਕਰਮਚਾਰੀ, ਕੋਈ ਲਾਈਟਾਂ ਦੀ, ਸਾਰਿਆਂ ਨੂੰ ਅਲੱਗ-ਅਲੱਗ ਡਿਊਟੀਆਂ ਵੰਡੀਆਂ ਹੋਈਆਂ ਨੇ ਜੀ। ਜਤਿੰਦਰ ਜੀ, ਤੁਸੀਂ ਜਿਸ ਤਰ੍ਹਾਂ ਆਪਣੇ ਮੈਂਬਰ ਪੰਚਾਇਤਾਂ ਬਾਰੇ ਦੱਸਿਆ ਕਿ ਤੁਹਾਡੇ ਮੈਂਬਰ ਪੰਚਾਇਤ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਨੇ, ਤੇ ਬਹੁਤ ਵਧੀਆ ਹੀ ਮਿਸਾਲ ਹੈ ਤੁਹਾਡਾ ਪਿੰਡ, ਕਿਉਂਕਿ ਆਲਮੋਸਟ ਸਾਨੂੰ ਪਿੰਡਾਂ ਦੇ ਵਿੱਚ ਜਾ ਕੇ ਸਰਪੰਚ ਭਾਈਚਾਰੇ ਤੋਂ ਇਹੀ ਸੁਣਨ ਨੂੰ ਮਿਲਿਆ ਕਿ ਆਪਣੇ ਪੰਚਾਇਤੀ ਮੈਂਬਰਾਂ ਦੀ ਜੋ ਜ਼ਿੰਮੇਵਾਰੀ ਹੈ ਇੱਕ ਸਰਪੰਚ ਖੁਦ ਨਿਭਾ ਰਹੇ ਨੇ। ਤੇ ਅਸੀਂ ਚਾਹਾਂਗੇ ਕਿ ਸਿਟੀ ਲਾਈਵ ਚੈਨਲ ਦੇ ਜ਼ਰੀਏ ਪੰਜਾਬ ਦੇ ਹਰ ਇੱਕ ਪਿੰਡ ਦੇ ਪੰਚਾਇਤੀ ਮੈਂਬਰ ਜੋ ਇਸ ਵਕਤ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਇੱਕ ਸੁਨੇਹਾ ਦਿਓ ਤਾਂ ਜੋ ਉਹਨਾਂ ਦੇ ਸਰਪੰਚਾਂ ਦੇ ਮੋਢਿਆਂ ਦਾ ਬੋਝ ਘਟੇ। ਇਹਦੇ 'ਚ ਸਭ ਸਰਪੰਚ ਭਰਾਵਾਂ ਨੂੰ ਜੀ, ਪੰਚਾਇਤਾਂ ਨੂੰ ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਜੀ, ਇਕੱਲਾ ਬੰਦਾ ਕੋਈ ਕੰਮ ਨਹੀਂ ਕਰ ਸਕਦਾ। ਕਿਸੇ ਵੀ ਇਕੱਲੇ ਬੰਦੇ ਤੇ ਕੋਈ ਆਪਾਂ ਚੀਜ਼ ਦਾ ਵਜਨ ਪਾਵਾਂਗੇ ਤਾਂ ਥੱਕ ਜੂ, ਹਾਰ ਜੂ ਤੇ ਗਿਰ ਜੂਗਾ। ਆਪਾਂ ਸਭ ਆਪਣੀ ਆਪਣੀ ਡਿਊਟੀ ਵੰਡ ਕੇ ਕਰਾਂਗੇ ਜੀ। ਮਤਲਬ ਪੰਚਾਇਤ ਆ, ਨਹੀਂ ਤਾਂ ਇਕੱਲਾ ਸਰਪੰਚ ਬਣਾ ਕੇ ਪੰਚ ਬਣਾਉਣ ਦੀ ਜ਼ਰੂਰਤ ਹੀ ਨਹੀਂ ਕੋਈ ਜੀ। ਜੇ ਗਵਰਨਮੈਂਟ ਨੇ ਪੰਚ ਬਣਾਏ ਨੇ ਤਾਂ ਇਹ ਆ ਵੀ ਉਹ ਸਾਥ ਦੇਣਗੇ। ਇਸ ਲਈ ਸਾਰਿਆਂ ਦੇ ਕੰਮ ਵੰਡਣ ਨਾਲ ਜੀ ਭਾਰ ਹਲਕਾ ਹੁੰਦਾ। ਜਿਵੇਂ ਗਵਰਨਮੈਂਟ ਚੱਲਦੀ ਆ, ਉਹ ਵੀ ਆਪਣੇ ਆਪਣੇ ਸਾਰੇ ਸਿੱਖਿਆ ਵਿਭਾਗ ਸਭ ਵੰਡਦੀ ਹੈ ਜੀ। ਇਸੇ ਤਰ੍ਹਾਂ ਅਸੀਂ ਪੰਚਾਇਤ ਨੂੰ ਜੀ, ਇੱਕ ਪੰਚਾਇਤ ਮੈਂਬਰ ਭਾਈ ਤੂੰ ਸਕੂਲ ਦੇਖਣੇ ਆ, ਤੂੰ ਲਾਈਟਾਂ, ਤੂੰ ਗਲੀਆਂ ਨਾਲੇ, ਇਹ ਸਭ ਕੰਮ ਵੰਡਤੇ ਜੀ। ਸਾਰਿਆਂ ਦੇ ਰਲ ਮਿਲ ਕੇ ਕਰਨ ਨਾਲ ਜੀ ਕਿਸੇ ਇੱਕ ਬੰਦੇ ਤੇ ਬੋਝ ਨਹੀਂ ਪੈਂਦਾ, ਆਪਸੇ ਜੀ ਭਾਈਚਾਰਾ ਬਣਿਆ ਰਹਿੰਦਾ ਤੇ ਰਲ ਮਿਲ ਕੇ ਵਧੀਆ ਕੰਮ ਚੱਲਦਾ ਜੀ। ਜਤਿੰਦਰ ਜੀ, ਜੇਕਰ ਆਪਾਂ ਗੱਲ ਕਰੀਏ ਇਸ ਸਮੇਂ ਮੌਜੂਦਾ ਸਰਕਾਰ ਦੀ, ਤਾਂ 3 ਮਹੀਨੇ ਪਲੱਸ ਹੋ ਗਏ ਨੇ ਮੌਜੂਦਾ ਸਰਕਾਰ ਬਣੀ ਨੂੰ, ਤੇ ਸਰਕਾਰ ਬਣਦੇ ਹੀ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ 5 ਮੈਂਬਰੀ ਕਮੇਟੀ ਬਣੀ ਹੈ। ਕੀ ਤੁਹਾਡੇ ਪਿੰਡ ਦੇ ਵਿੱਚ ਇਹ ਕਮੇਟੀ ਬਣੀ ਹੈ? ਨਹੀਂ ਮੈਮ, ਹਜੇ ਤੱਕ ਇਹ ਜੀ ਸਾਡੇ ਪਿੰਡ ਕੋਈ ਕਮੇਟੀ ਨਹੀਂ ਬਣੀ ਜੀ। ਮਤਲਬ ਕੋਈ ਬਣੀ ਵੀ ਹੋਵੇ ਤਾਂ ਸਾਨੂੰ ਇਹਦੇ ਬਾਰੇ ਕੋਈ ਨੌਲੇਜ ਦਿੱਤੀ, ਵੈਸੇ ਬਣੀ ਨਹੀਂ ਜੀ ਸਾਡੇ ਪਿੰਡ ਦੇ ਵਿੱਚ ਕੋਈ ਵੀ, ਕਿਉਂਕਿ ਸਾਡਾ ਪਿੰਡ ਸਾਰਾ ਪਿਆਰ ਨਾਲ ਭਾਈਚਾਰੇ ਨਾਲ ਰਹਿਣ ਵਾਲਾ ਜੀ। ਕੋਈ ਇਹ ਜੀ ਮਾੜੀ ਮੋਟੀ ਪਾਰਟੀ ਬਾਈ ਚੱਲਦੀ ਰਹਿੰਦੀ, ਪਰ ਹਾਈ ਲੈਵਲ ਦਾ ਇਹੋ ਕੁਝ ਨਹੀਂ ਹੈ ਜੀ ਵੀ ਝਗੜਾ ਹੋਵੇ ਜਾਂ ਕੁਝ। ਪਿਆਰ ਨਾਲ ਰਹਿੰਦੇ ਸਾਰੇ ਲੋਕ, ਸ਼ਾਂਤੀ ਨਾਲ ਜੀ। ਤੇ ਜਦੋਂ ਪਿੰਡਾਂ ਦੇ ਵਿੱਚ ਆਮ ਇਜਲਾਸ ਦੇ ਦਿਨ ਨੇੜੇ ਆਈ ਜਾ ਰਹੇ ਸੀ, ਤਾਂ ਨੋ ਡਾਊਟ ਜਿਹੜੇ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਆ, ਉਹਨਾਂ ਨੂੰ ਇਸ ਦਿਨ ਦੀ ਬਹੁਤ ਉਡੀਕ ਸੀ, ਕਿਉਂਕਿ ਉਹ ਆਲਮੋਸਟ ਇੱਕ ਵਿਚਾਰ ਹੁੰਦਾ ਹੈ। ਔਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ, ਜਿਹੜੇ ਆਪਣੇ ਆਪਣੇ ਪਿੰਡ ਦੇ ਸਰਪੰਚ ਭਾਈਚਾਰੇ ਤੋਂ ਨਿਰਾਸ਼ ਸੀ, ਉਹਨਾਂ ਨੂੰ ਇਹ ਸੀ ਕਿ ਆਮ ਇਜਲਾਸ ਵਾਲੇ ਦਿਨ ਹੀ ਜਿਹੜਾ ਹੈਗਾ ਆ ਬਹੀ ਖਾਤਾ ਸਰਪੰਚਾਂ ਦਾ ਸਾਰਾ ਖੁੱਲੇਗਾ। ਕੀ ਤੁਹਾਡੇ ਪਿੰਡ ਦੇ ਵਿੱਚ ਵੀ ਆਮ ਇਜਲਾਸ ਵਾਲੇ ਦਿਨ ਇਹ ਕੁਝ ਵਾਪਰਿਆ? ਨਹੀਂ ਮੈਮ, ਇਹੋ ਕੁਝ ਨਹੀਂ ਵਾਪਰਿਆ ਜੀ। ਅਸੀਂ ਜੋ ਵੀ ਕੰਮ ਕਰ ਰਹੇ ਹਾਂ ਪਾਰਦਰਸ਼ੀ ਨਾਲ ਕਰ ਰਹੇ ਹਾਂ। ਮਤਲਬ ਜੋ ਸਭ ਦੇ ਸਾਹਮਣੇ, ਕੋਈ ਵੀ ਪਿੰਡ ਦਾ ਬੰਦਾ ਹਿਸਾਬ ਕਿਤਾਬ ਜੋ ਚੀਜ਼ ਚਾਹੇ ਦੇਖਣਾ ਕਿ ਸਾਡੇ ਤੋਂ ਜਦੋਂ ਮਰਜ਼ੀ ਦੇਖ ਸਕਦਾ ਜੀ। ਸਾਨੂੰ ਕਿਸੇ ਚੀਜ਼ ਦੇ ਵਿੱਚ ਕੋਈ ਆਮ ਇਜਲਾਸ ਵਿੱਚ ਜੀ ਸਾਡੇ ਆਮ ਆਦਮੀ ਪਾਰਟੀ ਸਭ ਆਏ, ਪਰ ਕਿਸੇ ਨੇ ਕੋਈ ਪਾਰਟੀਬਾਜ਼ੀ ਵਾਲੀ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ। ਜੋ ਵੀ ਲੋਕਾਂ ਦੀ ਸਮੱਸਿਆ ਪ੍ਰੋਬਲਮ ਸੀਗੀ, ਆਪਸੇ ਸਾਰਿਆਂ ਨੇ ਡਿਸਕਸ ਕੀਤੀ, ਗੱਲ ਕੀਤੀ ਜੀ। ਜੋ ਚੀਜ਼ ਦੀਆਂ ਮੁੱਢਲੀਆਂ ਸਹੂਲਤਾਂ ਜਾਂ ਪਿੰਡ ਨੂੰ ਜੋ ਚੀਜ਼ ਦੀ ਜ਼ਰੂਰਤ ਆ, ਉਹ ਕਿਸੇ ਨੇ ਕੋਈ ਪਾਰਟੀਬਾਜ਼ੀ ਵਾਲੀ ਗੱਲ ਕੀਤੀ, ਸਭ ਨੇ ਰਲ ਮਿਲ ਕੇ ਬੈਠ ਕੇ ਜੀ ਗੱਲ ਕੀਤੀ ਵੀ ਪਿੰਡ ਨੂੰ ਇਸ ਚੀਜ਼ ਦੀ ਜ਼ਰੂਰਤ ਆ। ਤੇ ਹੁਣ ਇਹ ਵੀ ਦੱਸ ਦਿਓ ਕਿ ਜਿਸ ਦਿਨ ਤੁਹਾਡੇ ਪਿੰਡ ਦਾ ਆਮ ਇਜਲਾਸ ਹੋਇਆ, ਤੇ ਤੁਹਾਡੇ ਪਿੰਡ ਦੇ ਵਿੱਚ ਆਮ ਇਜਲਾਸ ਤੇ ਮਤੇ ਕਿਹੜੇ-ਕਿਹੜੇ ਪਾਏ ਗਏ? ਆਮ ਇਜਲਾਸ ਤੇ ਮੈਡਮ ਮਤੇ ਪਾਏ ਗਏ ਜੀ। ਇੱਕ ਤਾਂ ਪਾਇਆ ਗਿਆ ਵੀ ਪਿੰਡ ਦੇ ਵਿੱਚ ਡਿਸਪੈਂਸਰੀ ਦੀ ਬਹੁਤ ਜ਼ਰੂਰਤ ਆ। ਦੂਸਰਾ ਪਾਇਆ ਗਿਆ ਜੀ ਪਾਣੀ ਦੀ ਵੇਸਟੇਜ ਦਾ। ਪਾਣੀ ਟੂਟੀਆਂ ਨੇ ਜੀ, ਲੋਕ ਟੂਟੀਆਂ ਨਹੀਂ ਲਗਾਉਂਦੇ, ਵੀ ਉਸ ਦੀ ਜਗ੍ਹਾ ਮੀਟਰ ਲਗਾਏ ਜਾਣ। ਦੂਸਰਾ ਜੀ, ਤੁਸੀਂ ਵੀ ਪਿੰਡ ਦੇ ਵਿੱਚ ਆ ਕੇ ਦੇਖਿਆ ਉਹ ਪਿੰਡ ਦੇ ਵਿੱਚ ਬਹੁਤ ਫੈਕਟਰੀਆਂ ਬਣੀਆਂ ਨੇ, ਬਹੁਤ ਜ਼ਿਆਦਾਤਰ ਫੈਕਟਰੀ ਵਾਲੇ ਜੀ ਜੋ ਗੰਦਾ ਪਾਣੀ ਧਰਤੀ ਦੇ ਵਿੱਚ ਪਾ ਰਹੇ ਨੇ। ਉਹ ਤਾਂ ਆਪ ਜਾ ਕੇ ਸ਼ਹਿਰ ਰਹਿਣ ਲੱਗੇ ਨੇ ਜੀ। ਪੀਣ ਵਾਲੀ ਬਿਮਾਰੀ, ਕੈਂਸਰ ਬਿਮਾਰੀ, ਉਹ ਤਾਂ ਲੋਕਾਂ ਨੂੰ, ਪਿੰਡ ਵਾਲਿਆਂ ਨੂੰ ਹੋ ਰਹੀ ਆ। ਇਸ ਸੰਬੰਧ ਵਿੱਚ ਮਤਾ ਪਾਇਆ ਗਿਆ ਜੀ। ਹੋਰ ਪਾਇਆ ਗਿਆ ਜੀ 35 ਕਿੱਲੇ ਜੋ ਪਿੰਡ ਦੀ ਜ਼ਮੀਨ ਆ ਬਾਹਰੋਂ ਰਿਕਵਾਇਰ ਕੀਤੀ ਜਾਂਦੀ ਹੈ ਵੀ ਉਸ ਨੂੰ ਰੋਕਿਆ ਜਾਵੇ। ਜੋ ਵੀ 2-4 ਗਲੀਆਂ ਨਾਲੀਆਂ ਰਹਿੰਦੀਆਂ ਨੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦੇ ਕੇ ਕੰਮ ਕਰਾਇਆ ਜਾਵੇ ਜੀ। ਇਹ 6 ਮਤੇ ਪਾਏ ਗਏ ਸਾਡੇ ਪਿੰਡ। ਜਤਿੰਦਰ ਜੀ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲ ਕੀਤੀ ਆ ਫੈਕਟਰੀਆਂ ਦੀ, ਕਿ ਤੁਹਾਡੇ ਪਿੰਡ ਰਣੀਆਂ ਦੇ ਵਿੱਚ, ਪਿੰਡ ਰਣੀਆਂ ਦੀ ਜ਼ਮੀਨ ਦੇ ਉੱਤੇ ਫੈਕਟਰੀਆਂ ਲੱਗੀਆਂ ਹੋਈਆਂ ਨੇ, ਜਿਸ ਦੇ ਕਾਰਨ ਜਿਹੜਾ ਪਾਣੀ ਆ ਉਹ ਪ੍ਰਦੂਸ਼ਿਤ ਹੋ ਚੁੱਕਿਆ ਹੈ। ਤੇ ਤੁਸੀਂ ਇਹ ਚਾਨਣਾ ਪਾਓ ਕਿ ਇਹਨਾਂ ਫੈਕਟਰੀਆਂ ਨੇ ਪਰਮਿਸ਼ਨ ਲੈ ਕੇ ਤੁਹਾਡੇ ਪਿੰਡ ਰਣੀਆਂ ਦੀ ਜ਼ਮੀਨ ਤੇ ਫੈਕਟਰੀਆਂ ਲਗਾਈਆਂ ਨੇ, ਜਾਂ ਸੋਚਿਆ ਕਿ ਪਿੰਡ ਦੀ ਜ਼ਮੀਨ ਹੈ ਤੇ ਇੱਥੇ ਕੋਈ ਪੁੱਛਗਿੱਛ ਹੋਣੀ ਹੈ? ਪੰਚਾਇਤ ਦੇ ਵਿੱਚੋਂ ਜੀ ਕਿਸੇ ਪ੍ਰਕਾਰ ਦੀ ਕੋਈ ਪਰਮਿਸ਼ਨ ਨਹੀਂ ਲਈ ਗਈ। ਗਵਰਨਮੈਂਟ ਤੋਂ ਅੱਗੇ ਕੋਈ ਪਰਮਿਸ਼ਨ ਲੈਂਦਾ ਤਾਂ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਜੀ। ਸਾਨੂੰ ਤਾਂ ਇਹੀ ਪਤਾ ਲੱਗਦਾ ਜੀ ਵੀ ਪਿੰਡ ਦੀ ਜ਼ਮੀਨ ਕਿਸੇ ਨੇ ਉਹ ਸੀਗੀ, ਖਰੀਦ ਲਈ ਤੇ ਫੈਕਟਰੀ ਲੱਗ ਰਹੀ ਆ। ਨਾ ਤਾਂ ਉਹ ਕੋਈ ਫੈਕਟਰੀ ਵਾਲੇ ਪਿੰਡ ਤੋਂ ਹੋਵੇ ਵੀ ਸਾਲ ਬਾਅਦ ਕੋਈ NOC ਲੈਣ, ਕਿਸੇ ਪ੍ਰਕਾਰ ਦੀ ਕੋਈ ਪੰਚਾਇਤ ਕੋਲ ਇਹੋ ਜਿਹਾ ਅਧਿਕਾਰੀ ਹੈ ਨਹੀਂਗਾ। ਨਹੀਂ ਤਾਂ ਕੋਈ ਗਵਰਨਮੈਂਟ ਨੂੰ ਇਹ ਕਰਨੀ ਚਾਹੀਦੀ ਹੈ ਚੀਜ਼ ਵੀ ਪਿੰਡ ਦੇ ਵਿੱਚ ਫੈਕਟਰੀ ਲੱਗੀ ਆ, ਹਰ 6 ਮਹੀਨੇ ਸਾਲ ਬਾਅਦ ਪੰਚਾਇਤ ਉਸ ਨੂੰ ਚੈੱਕ ਕਰਕੇ ਕੋਈ NOC ਦੇਵੇ ਵੀ ਕੋਈ ਪਿੰਡ ਦਾ ਪਾਣੀ ਖਰਾਬ ਕਰਕੇ ਕੋਈ ਬਿਜਲੀ ਜਾਂ ਕਿਸੇ ਚੀਜ਼ ਦਾ ਨੁਕਸਾਨ ਤਾਂ ਨਹੀਂ ਕਰ ਰਹੀ। ਨਹੀਂ, ਇਹਦੇ ਨਾਲ ਕੀ ਹੁੰਦਾ ਜੀ, ਪਿੰਡ ਵਿੱਚ ਫੈਕਟਰੀਆਂ ਤਾਂ ਲੱਗ ਗਈਆਂ, ਰੋਡ ਦੇ ਉੱਤੇ ਤੁਸੀਂ ਆਉਂਦੇ ਹੋ ਜੀ, ਬਿਜਲੀ ਮਹਿਕਮੇ ਨੇ ਰੋਡ ਦੇ ਉੱਤੇ ਟਰਾਂਸਫਰ ਲਾਤੇ। ਪਿੰਡ ਨੂੰ ਆਉਣ ਵਾਲਾ ਰੋਡ ਕਿੰਨਾ ਕੁ ਹੁੰਦਾ ਜੀ, ਕੋਈ ਟਰੱਕ ਗੱਡੀਆਂ ਸਭ ਉੱਥੇ ਰੋਡ
5 ਸਾਲਾਂ ਬਾਅਦ ਬਣਿਆ ਟੁੱਟਿਆ ਹੋਇਆ ਜੀ। ਇਸ ਦੇ ਉੱਤੇ 8 ਟਨ ਰੋਡ ਦੇ ਉੱਤੇ ਆਪਣੇ ਪਾਸ ਹੁੰਦਾ। ਹੁਣ ਫੈਕਟਰੀਆਂ ਵਾਲੇ 20 ਟਨ ਵੱਡੇ ਟਰਾਲੇ ਲੋਡ ਹੋ ਕਹਿ ਰਿਹਾ, ਕਿੱਥੋਂ ਰੋਡ ਰਹਿ ਜੂਗਾ ਜੀ? ਰੋਡ ਦੇ ਉੱਪਰ ਹੀ ਟਰਾਂਸਫਾਰਮਰ ਲੱਗ ਗਏ, ਲੰਘਣ ਦੀ ਪ੍ਰੋਬਲਮ ਆ ਜੀ। ਇੱਕ ਗੱਡੀ ਕੋਲ ਦੀ ਦੂਜੀ ਗੱਡੀ ਲੰਘਣੀ ਪ੍ਰੋਬਲਮ ਆ। ਬਾਹਰ ਹੀ ਰੋਡ ਦੇ ਉੱਤੇ ਖੜਾ ਕੇ ਕੋਈ ਗੱਡੀ ਲੋਡਿੰਗ ਅਨਲੋਡਿੰਗ ਕਰ ਰਿਹਾ। ਸਹੂਲਤ ਤਾਂ ਉਹਨਾਂ ਨੇ ਸਾਨੂੰ ਕੋਈ ਫੈਕਟਰੀ ਦੀ ਹੈ ਨਹੀਂ ਗੀ ਜੀ। ਨੁਕਸਾਨ ਜ਼ਰੂਰ ਹੈ ਪਿੰਡ ਨੂੰ, ਪੀਣ ਵਾਲੇ ਪਾਣੀ ਦਾ ਤੁਹਾਨੂੰ ਦੱਸਿਆ ਜੀ। ਇਸ ਲਈ ਥੋੜਾ ਸਰਕਾਰ ਨੂੰ ਚਾਹੀਦਾ ਜੀ, ਕਿਸੇ ਵੀ ਪਿੰਡ ਦੇ ਵਿੱਚ ਕੋਈ ਫੈਕਟਰੀ ਲੱਗਦੀ ਆ, ਉਹ ਪੰਚਾਇਤ ਤੋਂ ਪਿੰਡ ਦੀ ਤਾਂ ਕੋਈ ਐਨਓਸੀ ਲਵੇ। 6 ਮਹੀਨੇ ਬਾਅਦ ਕੋਈ ਫੈਕਟਰੀ ਨੂੰ ਪੰਚਾਇਤ ਚੈੱਕ ਕਰੇ, ਕੋਈ ਗਲਤ ਤਾਂ ਨਹੀਂ ਕਰ ਰਿਹਾ, ਕੋਈ ਥੱਲੇ ਪਾਣੀ ਤਾਂ ਨਹੀਂ ਪਾ ਰਹੇ। ਬਾਕੀ ਇਹ ਹੈ ਜੀ, ਜੇ ਕੋਈ ਫੈਕਟਰੀ ਵਾਲਿਆਂ ਨੂੰ ਚਲੋ ਬੇਨਤੀ ਵੀ ਕਰਦੇ ਆ, ਮੰਨਦੇ ਆ, ਸੁਣਦੇ ਆ ਜੀ, ਪਿੰਡ ਦੀ ਭਲਾਈ ਲਈ ਕੋਈ ਸਾਥ ਦਿੰਦੇ ਵੀ ਆ। ਵਿੱਚ ਕਈ ਨੇ ਜੀ ਜਿਨ੍ਹਾਂ ਨੂੰ ਕੋਈ ਹੈ ਹੀ ਨਹੀਂ, ਮਤਲਬ ਨਾ ਸਾਨੂੰ ਉਹ ਜਾਣਦੇ ਆ ਨਾ ਅਸੀਂ ਉਹਨਾਂ ਨੂੰ ਜਾਣਦੇ ਆ। ਇਸ ਲਈ ਥੋੜਾ ਜਿਹਾ ਹੈ ਜੀ, ਸਰਕਾਰ ਨੂੰ ਇਸ ਵੱਲ ਨਿਗਾਹ ਰੱਖਣੀ ਚਾਹੀਦੀ ਆ। ਤੇ ਇੱਕ ਚਾਨਣਾ ਹੋਰ ਪਾਓ, ਤੁਹਾਡੇ ਪਿੰਡ ਰਣੀਆਂ ਦੀ ਜ਼ਮੀਨ ਉੱਤੇ ਜਿਹੜੀਆਂ ਇਹ ਫੈਕਟਰੀਆਂ ਲੱਗੀਆਂ ਹੋਈਆਂ ਨੇ, ਉਹਨਾਂ ਫੈਕਟਰੀਆਂ ਦੇ ਵਿੱਚ ਪਿੰਡ ਰਣੀਆਂ ਦੇ ਪੰਜਾਬੀ ਵਸਨੀਕ ਕਿੰਨੇ ਵਰਕ ਕਰ ਰਹੇ ਨੇ ਤੇ ਪ੍ਰਵਾਸੀ ਕਿੰਨੇ ਵਰਕ ਕਰ ਰਹੇ ਨੇ? ਤੁਹਾਨੂੰ ਜਾਣਕਾਰੀ ਆਪਣੇ ਪਿੰਡ ਦੇ ਪੰਜਾਬੀ ਕਿੰਨੇ ਨੇ ਉੱਥੇ ਕੰਮ ਕਰਨ ਵਾਲੇ? ਮੈਂ ਲਗਭਗ 50 ਫੈਕਟਰੀਆਂ ਹੋਣਗੀਆਂ ਰਣੀਆਂ ਦੀ ਜ਼ਮੀਨ ਦੇ ਵਿੱਚ। 50 ਬੰਦੇ ਪਿੰਡ ਦੇ ਉਹਨਾਂ ਦੇ ਵਿੱਚ ਨਿਕਲਣੇ ਨਹੀਂ, ਬਾਕੀ ਸਭ ਪ੍ਰਵਾਸੀ ਮਜ਼ਦੂਰ ਨੇ ਜਾਂ ਬਾਹਰੋਂ ਪਿੰਡਾਂ ਦੇ ਆਉਣ ਵਾਲੇ ਹੋ ਸਕਦੇ ਆ। ਪਰ ਪਿੰਡ ਦੇ ਬਹੁਤ ਬੰਦੇ ਘੱਟ ਕੰਮ ਕਰਦੇ ਆ। ਪਿੰਡ ਦੇ ਤਾਂ 40-50 ਬੰਦੇ ਹੀ ਇਹਨਾਂ ਟੋਟਲ ਫੈਕਟਰੀਆਂ 50 ਦੇ ਕਰੀਬ ਫੈਕਟਰੀਆਂ ਨੇ ਤੇ ਇੰਨੇ ਹੀ ਕੰਮ ਕਰਦੇ ਹੋਣਗੇ ਜੀ। ਕਹਿਣ ਤੋਂ ਭਾਵ ਹੈ ਕਿ ਪਿੰਡ ਰਣੀਆਂ ਦੇ ਵਿੱਚ ਜੇਕਰ 50 ਫੈਕਟਰੀਆਂ ਨੇ ਤਾਂ ਸਿਰਫ ਇੱਕ ਰੇਸ਼ੋ ਨਿਕਲਦੀ ਹੈ, ਇੱਕ ਹੀ ਨਿਕਲਦਾ ਜੀ। ਇਸ ਤੋਂ ਵੀ ਘੱਟ ਹੀ ਹੋਣਗੇ ਜੀ, ਇੱਕ ਵੀ ਨਿਕਲਣਾ ਨਹੀਂਗਾ। ਤੇ ਦੇਖਿਆ ਜਾਵੇ ਫਿਰ ਰਣੀਆਂ ਪਿੰਡ ਤਾਂ ਪ੍ਰਵਾਸੀਆਂ ਦਾ ਪਿੰਡ ਬਣ ਗਿਆ। ਬਿਲਕੁਲ ਜੀ, ਰਣੀਆਂ ਸਾਰਾ ਪ੍ਰਵਾਸੀਆਂ ਦਾ ਬਣਿਆ ਹੋਇਆ ਜੀ। ਸਿਟੀ ਦੇ ਨੇੜੇ ਆਉਣ ਦੇ ਜੇ ਕੋਈ ਫਾਇਦੇ ਹੁੰਦੇ ਆ ਤਾਂ ਜੀ ਕੁਝ ਨੁਕਸਾਨ ਵੀ ਹੁੰਦੇ ਪਿੰਡ ਨੂੰ, ਜਿਸ ਨਾਲ ਕੋਈ ਚੋਰੀ ਚਕਾਰੀ ਵਾਰਦਾਤ ਸਭ ਕੁਝ ਵੱਧਦਾ। ਬਹੁਤ ਬੰਦੇ ਤਾਂ ਇਹੋ ਜਿਹੇ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਆ। ਸਭ ਪ੍ਰਵਾਸੀ ਨਾਲ ਆਲੇ ਦੁਆਲੇ ਕਲੋਨੀਆਂ ਆ ਕੇ ਲੱਗੀਆਂ ਜੀ। ਡੈਲਟਾ ਸਿਟੀ ਹੈ, ਇਧਰੋਂ ਰਣਜੀਤ ਐਵਨਿਊ ਫੇਸ 2 ਲੱਗਦਾ, ਅਨਮੋਲ ਕਲੋਨੀ ਆ। ਬਹੁਤ ਬੰਦਿਆਂ ਨੂੰ ਜਾਣਦੇ ਨਹੀਂਗੇ ਜੀ। 1% ਵੀ ਹਰ ਫੈਕਟਰੀ 'ਚ ਇੱਕ ਬੰਦਾ ਵੀ ਨਹੀਂ ਜੀ, ਇਸ ਤੋਂ ਵੀ ਘੱਟ ਨੇ। ਤੇ ਪਿੰਡ ਰਣੀਆਂ ਦੇ ਵਿੱਚ ਰੋਜ਼ਗਾਰ ਦੀ ਗੱਲ ਕਰੀਏ ਤਾਂ ਆਪਣੇ ਨੌਜਵਾਨ ਰੋਜ਼ਗਾਰ ਪੱਖੋਂ ਕਿਸ ਤਰ੍ਹਾਂ ਨੇ? ਜ਼ਿਆਦਾਤਰ ਮੈਨੂੰ ਜੋ ਪੜ੍ਹੇ ਲਿਖੇ ਖੇਤੀ ਤੇ, ਜੋ ਤਾਂ ਹੁਣ ਜਰਨਲ ਪਰਿਵਾਰ ਨੇ ਉਹ ਤਾਂ ਖੇਤੀ ਤੇ ਡਿਪੈਂਡ ਨੇ। ਜੋ ਆਪਣੇ ਐਸਸੀ ਭਾਈਚਾਰਾ ਬੰਦਾ, ਉਹ ਲੁਧਿਆਣੇ ਕੋਈ ਹੱਥੀਂ ਕੰਮ ਸਿੱਖ ਕੇ ਲੇਬਰ ਦਾ ਕੰਮ ਕਰਦੇ, ਲੁਧਿਆਣੇ ਸਿਟੀ ਦੇ ਵਿੱਚ ਹੀ ਜਾਂਦੇ ਨੇ ਜੀ। ਜਤਿੰਦਰ ਜੀ, ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਰਣੀਆਂ ਦੀ ਜ਼ਮੀਨ ਉੱਤੇ ਬਣੀਆਂ ਹੋਈਆਂ ਫੈਕਟਰੀਆਂ ਦੀ, ਤੁਹਾਡੀ ਜਾਣਕਾਰੀ ਵਿੱਚ ਹੈ ਕਿ ਕਿਸੇ ਵੀ ਫੈਕਟਰੀ ਦੇ ਵਿੱਚ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਲਗਾਇਆ ਹੋਵੇ? ਨਹੀਂ ਮੈਮ, ਕਿਸੇ ਕਲੋਨੀ, ਕਿਸੇ ਇੱਕ ਵੀ ਫੈਕਟਰੀ ਦੇ ਵਿੱਚ ਕੋਈ ਟ੍ਰੀਟਮੈਂਟ ਪਲਾਂਟ ਨਹੀਂਗਾ। ਕਿਸੇ ਨੇ ਅੰਦਰ ਕੋਈ ਡਿੱਗ ਨਹੀਂ ਬਣਾਏ ਹੋਏ ਪੱਕੇ, ਵੀ ਚਲੋ ਪੱਕੇ ਡਿੱਗ ਬਣਾਇਆ ਉਹਨੂੰ ਗੱਡੀ ਬੁਲਾ ਕੇ ਕਰਦੇ ਹੁਣ ਨਿਕਾਸੀ ਪਾਣੀ ਦੀ, ਇਹ ਵੀ ਕੋਈ ਹੈ ਨਹੀਂਗਾ ਜੀ। ਕੋਈ ਧਰਤੀ ਦੇ ਵਿੱਚ ਬਾਰਾ ਜਾਂ ਕੱਚਾ ਟੋਆ ਪੱਟਿਆ, ਜਦੋਂ ਅਸੀਂ ਅੰਦਰ ਹੀ ਨਹੀਂ ਗਏ ਜੀ, ਕਈਆਂ ਦਾ ਦੇਖਿਆ ਹੀ ਨਹੀਂ। ਪਰ ਸਾਨੂੰ ਪੂਰਾ ਡਾਊਟ ਹੈ ਜੀ ਇਹ ਵੀ 5-7 ਫੈਕਟਰੀਆਂ ਦਾ ਅਸੀਂ ਨਾਮ ਵੀ ਲੈ ਸਕਦੇ ਹਾਂ, ਕਿਉਂ ਚੈਨਲ ਤੇ ਪਰ ਕਿਸੇ ਦਾ ਨਾਮ ਲੈਣਾ, ਜੋ ਧਰਤੀ ਦੇ ਵਿੱਚ ਤੇਜ਼ਾਬੀ ਪਾਣੀ ਪਾ ਰਹੇ ਨੇ। ਜਤਿੰਦਰ ਜੀ ਦੇ ਨਾਲ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ ਦਰਸ਼ਕਾਂ ਨਾਲ ਇੱਕ ਗੱਲ ਸਾਂਝੀ ਕਰਨਾ ਚਾਹਾਂਗੇ। ਅੱਜ ਤੋਂ 4 ਦਿਨ ਪਹਿਲਾਂ ਤੁਸੀਂ ਸਾਨੇਵਾਲ ਦੇ ਮੱਤੇਵਾੜੇ ਦੀ ਨਿਊਜ਼ ਦੇਖੀ ਹੈ, ਜਿਸ ਦੇ ਵਿੱਚ ਪਿੰਡ ਦੇ ਵਸਨੀਕਾਂ ਨਾਲ ਜਦੋਂ ਗੱਲਬਾਤ ਕੀਤੀ ਗਈ, ਜਿੱਥੇ ਕੁਝ ਲੋਕ ਤਾਂ ਕਹਿ ਰਹੇ ਸੀ ਕਿ ਇੱਥੇ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਨੇ ਤੇ ਕੁਝ ਲੋਕ ਕਹਿ ਰਹੇ ਸੀ ਕਿ ਵਾਤਾਵਰਣ ਪ੍ਰਦੂਸ਼ਿਤ ਨਹੀਂ ਕਰਨਾ, ਔਰ ਕੁਝ ਲੋਕ ਕਹਿ ਰਹੇ ਸੀ ਕਿ ਜੇਕਰ ਫੈਕਟਰੀਆਂ ਲੱਗਣਗੀਆਂ ਤਾਂ ਰੋਜ਼ਗਾਰ ਮਿਲੇਗਾ। ਤੇ ਉੱਥੇ ਦੇ ਲੋਕਾਂ ਨੂੰ ਇੱਕ ਗੱਲ ਸਮਝ ਆ ਜਾਏਗੀ ਕਿ ਪੰਜਾਬ ਦੇ ਵਿੱਚ ਕਿਸੇ ਵੀ ਕੋਨੇ ਵਿੱਚ ਜਦੋਂ ਫੈਕਟਰੀ ਲੱਗਦੀ ਹੈ ਤਾਂ ਰੋਜ਼ਗਾਰ ਜਿਹੜਾ ਨਾ ਉਹ ਪ੍ਰਵਾਸੀਆਂ ਨੂੰ ਹੀ ਮਿਲਦਾ ਹੈ, ਔਰ ਪ੍ਰਦੂਸ਼ਣ ਸਾਡੇ ਪੰਜਾਬ ਦੇ ਵਿੱਚ ਹੀ ਫੈਲਦਾ ਆ। ਤੇ ਜਤਿੰਦਰ ਜੀ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਗੱਲਬਾਤ ਕੀਤੀ ਸੀ 35 ਕਿੱਲਿਆਂ ਦੀ, ਹੈ ਨਾ, ਜਿਹੜਾ ਉਹ ਮਸਲੇ ਦੇ ਉੱਤੇ ਚਾਨਣਾ ਪਾਉਂਗੇ ਕੀ ਹੈ? ਮੈਂ ਪਿੰਡ ਦੇ ਵਿੱਚ ਜੋ ਪੁਰਾਣੇ ਮਹੰਤਾਂ ਦੇ ਡੇਰੇ ਜਾਂ ਜਨਤਾ ਪੈਦਲ ਤੁਰ ਕੇ ਜਾਂਦੀ ਸੀ ਤੀਰਥ ਯਾਤਰਾ ਤੇ, ਖਾਣ ਪੀਣ ਦਾ ਰਾਹ ਦੇ ਸਾਧਨ ਨਹੀਂ ਹੁੰਦਾ ਸੀ। ਉਸ ਵਕਤ ਪਿੰਡ ਦੇ ਲੋਕਾਂ ਨੇ ਆਪਣੀ ਆਪਣੀ ਜਿੰਨੀ ਗੁੰਜਾਇਸ਼ ਆ ਕੁਝ ਜ਼ਮੀਨ ਮਹੰਤਾਂ ਦੇ ਨਾਮ ਕਰਕੇ ਦਾਨ ਕਰਤੀ ਸੀਗੀ, ਜਿਸ ਦਾ ਉਸ ਤੋਂ ਬਾਅਦ ਵਿੱਚ ਮਹੰਤਾਂ ਦੇ ਅੱਗੇ ਰੌਲੇ ਚੱਲਦੇ ਰਹੇ ਜੀ। ਸੋਸਾਇਟੀ ਦੇ ਨੇੜੇ ਹੋਣ ਕਰਕੇ ਜ਼ਮੀਨ ਹੋ ਗਈ ਜੀ ਮਹਿੰਗੀ। ਉਸ ਤੋਂ ਬਾਅਦ ਕੋਰਟ ਨੇ ਹੁਕਮ ਦਿੱਤਾ ਵੀ ਸਭ ਦੀ ਪਾਵਰ ਅਟਰਨੀ ਖਤਮ ਕਰਤੀ, ਵੀ ਕੋਈ ਇਹਦਾ ਮਾਲਕ ਨਹੀਂ। ਜੋ ਜਿੱਥੇ ਕਾਸ਼ਤਕਾਰ ਆ, ਜਿਵੇਂ ਮੇਰੇ ਪਰਿਵਾਰ ਦੀ ਵੀ ਜ਼ਮੀਨ ਅਸੀਂ ਕਾਸ਼ਤਕਾਰ ਦੇ ਵਿੱਚ ਰਹਿ ਗਏ, ਉੱਥੇ ਆਪਦੀ ਖੇਤੀ ਕਰ ਸਕਦੇ ਹਾਂ, ਪਰ ਉਹਨੂੰ ਵੇਚਣ ਦਾ ਮਾਲਕਾਨਾ ਹੱਕ ਸਾਡੇ ਕੋਲ ਕੋਈ ਨਹੀਂ। ਪਰ ਉਸ ਦੇ ਵਿੱਚ ਹੀ ਹੁਣ ਕੋਰਟ ਦੇ ਹੁਕਮ ਦੀ ਜਾਂ ਸਭ ਕਾਇਦੇ ਦੀ ਉਲੰਘਣਾ ਕਰਦੇ ਕੁਝ ਬੰਦੇ ਪਿੰਡੋਂ ਬਾਹਰੋਂ ਆ ਕੇ ਨਾਲ ਰਲ ਕੇ ਉੱਥੇ ਨਜਾਇਜ਼ ਕਬਜ਼ਾ ਕਰਨ ਲੱਗੇ ਹੋਏ ਨੇ ਜੀ। ਇਹ ਨਜਾਇਜ਼ ਕਬਜ਼ਾ ਆਪਾਂ ਗੱਲ ਕਰੀਏ ਮੌਜੂਦਾ ਸਰਕਾਰ ਦੇ ਕਾਰਜਕਾਲ ਵਿੱਚ ਹੋਣ ਲੱਗਿਆ ਜਾਂ ਇਸ ਤੋਂ ਪਹਿਲਾਂ ਵੀ ਚੱਲ ਰਹੀ ਸੀ ਕਾਰਵਾਈ? ਚੱਲ ਰਹੀ ਸੀ ਮੈਡਮ, ਇਸ ਨੂੰ ਹੋ ਗਿਆ ਤਕਰੀਬਨ ਜੀ ਸਾਲ ਦੇ ਕਰੀਬ ਹੋ ਗਿਆ। ਤੇ ਪਹਿਲਾਂ ਦੀ ਜ਼ਿਕਰ ਚੱਲ ਰਹੀ ਸੀ, ਤੁਸੀਂ ਕਾਂਗਰਸੀ, ਤੁਹਾਡੇ ਐਮਐਲਏ ਵੀ ਕਾਂਗਰਸੀ ਸੀ, ਤੁਹਾਡੇ ਮੁੱਖ ਮੰਤਰੀ ਵੀ ਕਾਂਗਰਸੀ ਸੀ, ਤੇ ਤੁਸੀਂ ਇਸ ਕਾਰਵਾਈ ਨੂੰ ਰੁਕਵਾਉਣ ਦੇ ਲਈ ਆਪਣੀ ਸਰਕਾਰ ਤੱਕ ਗੁਹਾਰ ਨਹੀਂ ਲਗਾਈ? ਮੈਂ ਸਰਕਾਰ ਤੱਕ ਗੁਹਾਰ ਲਾਈ ਹੈ ਜੀ, ਪੁਲਿਸ ਸਟੇਸ਼ਨ ਵੀ ਕੰਪਲੇਂਟ ਕੀਤੀ ਆ, ਪਰ ਉਸ ਦੇ ਵਿੱਚ ਕੀ ਹੈ ਜੀ, ਜਿਵੇਂ ਦਾਨ ਕਰਤੀ ਕੋਈ ਬੰਦਾ ਵਾਪਸ ਲੈਣਾ ਨਹੀਂ ਚਾਹੁੰਦਾ ਜ਼ਮੀਨ।
ਪਰ ਪਿੰਡ ਦੇ ਵਿੱਚ ਤਾਂ ਗੁਰਦੁਆਰੇ ਹੈਗੇ ਜੀ, ਵੀ ਉਸਦੀ ਆਮਦਨ ਆ ਪਿੰਡ ਦੇ ਵਿੱਚ ਵੀ ਆ ਸਕਦੀ ਹੈ ਕਿਸੇ ਧਾਰਮਿਕ ਜਗ੍ਹਾ ਦੇਣ ਨੂੰ। ਪਿੰਡ ਦਾ ਸਾਰਾ ਪਿੰਡ ਉਸਦੀ ਵਿਰੋਧਤਾ ਕਰਦਾ, ਆਮ ਇਜਲਾਸ ਦੇ ਵਿੱਚ ਵੀ ਇਹ ਮਤਾ ਪਾਇਆ ਗਿਆ। ਪਰ ਸਾਹਮਣੇ ਆ ਕੇ ਕੋਈ ਵੀ ਬੰਦਾ ਦੁਸ਼ਮਣੀ ਲੈ ਕੇ ਜਾਂ ਲੜਾਈ ਝਗੜਾ ਕਰਨਾ ਨਹੀਂ ਚਾਹੁੰਦਾ ਇਸ ਦੇ ਮਾਹੌਲ ਦੇ ਵਿੱਚ ਜੀ, ਕਿਉਂਕਿ ਉਸਦੇ ਵੀ ਕਈ ਇਹਦੇ ਵਿੱਚ ਰਾਜ ਨੇ ਜੀ, ਬੁਲਾਰੇ ਦੇ ਬੰਦੇ ਆ, ਕੋਈ ਕਹਿ ਰਿਹਾ ਵੀ ਨਵੀਂ ਪਾਵਰ ਅਟਾਰਨੀ ਉਹਨਾਂ ਨੂੰ ਮਿਲ ਗਈ। ਇਹਦੇ ਵਿੱਚ ਖੁੱਲ ਕੇ ਜੀ, ਇਹ ਤਾਂ ਗਵਰਨਮੈਂਟ ਦਾ ਕੰਮ ਹੈ ਜੀ ਛਾਣਬੀਨ ਕਰਨਾ। ਆਪਾਂ ਤਾਂ ਇੱਕ ਸ਼ਿਕਾਇਤ ਆ ਉਹਦੀ ਅਪੀਲ ਕਰ ਸਕਦੇ ਹਾਂ, ਉਸਦੀ ਅਪੀਲ ਕੀਤੀ ਹੋਈ ਹੈ ਜੀ। ਅੱਗੇ ਜੋ ਵੀ ਅੱਗੇ ਰਿਜ਼ਲਟ ਆਊਗਾ ਰਿਜ਼ਲਟ ਪਤਾ ਲੱਗੂਗਾ ਜੀ। ਜੇਕਰ ਆਪਾਂ ਗੱਲ ਕਰੀਏ ਮੌਜੂਦਾ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਦੀ, ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹ ਕਹਿੰਦੇ ਨੇ ਮੈਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਕੇ ਰੰਗਲਾ ਪੰਜਾਬ ਬਣਾਉਣਾ ਹੈ। ਕੀ ਤੁਸੀਂ ਆਪਣੇ ਮੌਜੂਦਾ ਵਿਧਾਇਕ ਦੇ ਨਾਲ ਇਸ ਮਸਲੇ ਦੇ ਉੱਤੇ ਗੱਲ ਕੀਤੀ? ਨਹੀਂ ਮੈਮ, ਮੈਂ ਕਦੇ ਐਮਐਲਏ ਸਾਹਿਬ ਨੂੰ ਮਿਲਿਆ ਨਹੀਂਗਾ ਜੀ, ਕੋਈ ਗੱਲਬਾਤ ਨਹੀਂ ਕੀਤੀ ਜੀ। ਕਾਂਗਰਸ ਪਾਰਟੀ ਨਾਲ ਸੰਬੰਧ ਰੱਖਦੇ ਸੀਗੇ ਜੀ, ਬਾਕੀ ਜੋ ਵਧੀਆ ਕੰਮ ਕਰੂਗਾ ਜੀ ਉਹਨੂੰ ਵਧੀਆ ਕਹਾਂਗੇ। ਨਹੀਂ, ਇਸ ਤਰ੍ਹਾਂ ਨਾ, ਚਲੋ ਤੁਸੀਂ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਹੋ, ਪਰ ਤੁਹਾਡੇ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਵੀ ਹੋਣਗੇ, ਤੁਸੀਂ ਉਹਨਾਂ ਦੇ ਜ਼ਰੀਏ ਇਸ ਮਸਲੇ ਨੂੰ ਸੰਗੋਵਾਲ ਜੀ ਤੱਕ ਪਹੁੰਚਦੇ ਕਰਦੇ। ਜੇਕਰ ਆਪਾਂ ਐਮਐਲਏ ਨੂੰ ਦੱਸਾਂਗੇ ਹੋ ਸਕਦਾ ਹੈ ਤਾਂ ਹੀ ਤੁਹਾਡੇ ਮਸਲੇ ਦਾ ਹੱਲ ਹੋਵੇ। ਐਮਐਲਏ ਸਾਹਿਬ ਦੀ ਨੌਲੇਜ ਹੈ ਜੀ ਇਹਦੇ 'ਚ ਵੀ ਕਈ ਚੀਜ਼ਾਂ ਹੈਗੀਆਂ ਨੇ ਜੀ, ਚਲੋ ਚੈਨਲ ਦੇ ਤਾਂ ਆਪਾਂ ਸਾਹਮਣੇ ਕਹਿ ਨਹੀਂ ਸਕਦੇ, ਕਿਉਂਕਿ ਕਿਸੇ ਬੰਦੇ ਨੇ ਬਿਨਾਂ ਪ੍ਰੂਫ ਮੰਨਣਾ ਤਾਂ ਹੁੰਦਾ ਨਹੀਂ। ਐਮਐਲਏ ਸਾਹਿਬ ਦੀ ਨੌਲੇਜ ਹੈ ਜੀ ਸਭ, ਜੋ ਜ਼ਮੀਨ ਵਾਲਾ ਹੈਗਾ। ਬਾਕੀ ਜੀ ਹੁਣ ਉਹ ਨਵੇਂ ਬਣੇ ਨੇ ਹਜੇ, ਕਿਸੇ ਵੀ, ਮੈਂ ਵੀ ਸਰਪੰਚ ਨਵਾਂ ਬਣਿਆ ਸੀ ਜੀ, ਟਾਈਮ ਲੱਗਦਾ, ਕੁਝ ਟਾਈਮ ਦੇ ਕੇ ਦੇਖਦੇ ਹਾਂ ਜੀ, ਸ਼ਾਇਦ ਹੋ ਸਕਦਾ ਕੋਈ ਸੁਧਾਰ ਹੋਵੇ। ਪਰ ਇਹ ਜੋ ਜ਼ਮੀਨ ਵਾਲਾ ਮਸਲਾ ਐਮਐਲਏ ਸਾਹਿਬ ਦੀ ਨੌਲੇਜ ਦੇ ਵਿੱਚ ਹੈ ਜੀ। ਆਪਾਂ ਗੱਲ ਕਰਦੇ ਹਾਂ ਦੁਬਾਰਾ ਫਿਰ ਤੁਹਾਡੇ ਪਿੰਡ ਦੀ, ਤੇ ਹੁਣ ਤੁਸੀਂ ਇਹ ਚਾਨਣਾ ਪਾਓ ਕਿ ਤੁਸੀਂ ਆਪਣੇ ਪੌਣੇ 4 ਸਾਲ ਦੇ ਕਾਰਜਕਾਲ ਦੇ ਦੌਰਾਨ ਆਪਣੇ ਪਿੰਡ ਦੇ ਕਿਹੜੇ-ਕਿਹੜੇ ਵਿਕਾਸ ਕੰਮ ਕੀਤੇ ਔਰ ਕਿੰਨੀ ਤੁਹਾਨੂੰ 14ਵੇਂ ਔਰ 15ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਆਈ, ਕਿਹੜੇ-ਕਿਹੜੇ ਕੰਮ ਤੇ ਤੁਸੀਂ ਉਹ ਪੈਸਾ ਲਗਾਇਆ? ਮੈਂ ਤਕਰੀਬਨ ਸਾਨੂੰ ਹੁਣ ਤੱਕ ਜੀ 40 ਲੱਖ ਰੁਪਈਆ ਵਿੱਤ ਕਮਿਸ਼ਨ ਦੀ ਗ੍ਰਾਂਟ ਦੇ ਵਿੱਚ ਆ ਚੁੱਕਿਆ। ਪਿੰਡ ਦੇ ਮੇਰੇ ਤੋਂ ਪਹਿਲਾਂ ਵਾਲੇ ਸਰਪੰਚ ਨੇ ਤਕਰੀਬਨ ਸਭ ਗਲੀਆਂ ਬਣਾ ਕੇ ਜੀ ਸੀਵਰੇਜ ਪਾਤੇ ਸੀ। 8-10 ਗਲੀਆਂ ਰਹਿੰਦੀਆਂ ਸੀਗੀਆਂ ਜੀ, ਅਸੀਂ ਸ਼ਮਸ਼ਾਨ ਘਾਟ ਤੋਂ ਅੱਗਰ ਪਾਣੀ ਵਾਲੀ ਟੈਂਕੀ, ਇਹ ਗਲੀਆਂ ਬਣਵਾਤੀਆਂ ਜੀ। 4-5 ਗਲੀਆਂ ਬਣ ਚੁੱਕੀਆਂ ਨੇ। ਛੱਪੜ ਦੇ ਉੱਪਰ ਸੋਲਰ ਸਿਸਟਮ ਲਿਆ ਕੇ ਲਗਵਾਇਆ ਜੀ। ਐਮਪੀ ਫੈਕਟਰੀ ਕੋਲ ਸਾਡੇ ਸਰਕਾਰੀ ਪਾਣੀ ਦੀ ਪਾਈਪਲਾਈਨ ਪਈ ਨਹੀਂ ਸੀ ਟੂਟੀਆਂ ਦੀ, ਉਹ ਪਵਾਤੀ ਜੀ। 2-3 ਗਲੀਆਂ ਰਹਿੰਦੀਆਂ ਨੇ ਜੀ, ਉਹ ਵੀ ਅੱਗੇ ਉਹਨਾਂ ਦਾ ਕੰਮ ਚੱਲ ਰਿਹਾ, ਮਤਲਬ ਕੁਝ ਦਿਨ ਦੇ ਵਿੱਚ ਸ਼ੁਰੂ ਹੋ ਜਾਊਗਾ ਜੀ। ਤੇ ਇਹ ਸਾਰੀ ਰਕਮ ਕਰੀਬ 40 ਲੱਖ ਰੁਪਏ ਤੁਸੀਂ ਇਸ ਕੰਮ ਦੇ ਉੱਤੇ ਲਗਾ ਦਿੱਤਾ? ਹਾਂਜੀ ਮੈਮ, ਇਸ ਦੇ ਉੱਪਰ ਹੀ ਲੱਗਿਆ। ਮਤਲਬ ਜਦੋਂ ਗਵਰਨਮੈਂਟ ਜੀ ਕੋਈ ਆਪਾਂ ਨੂੰ ਦਿੰਦੀ ਹੈ ਗ੍ਰਾਂਟ, ਨਾਲ ਹੀ ਉਹਦੇ ਚਿੱਠੀ ਦਿੱਤੀ ਜਾਂਦੀ ਹੈ ਵੀ ਇਹਨੂੰ ਇਸ ਕੰਮ ਲਈ ਵਰਤ ਸਕਦੇ ਹਾਂ, ਇਸ ਤੋਂ ਬਾਹਰ ਆਪਾਂ ਜਾ ਕੇ ਹਦਾਇਤਾਂ ਤੋਂ ਬਾਹਰ ਕੰਮ ਨਹੀਂ ਕਰ ਸਕਦੇ। ਤੇ ਮੈਂ ਤੁਹਾਡੇ ਪਿੰਡ ਦੇ ਵਿੱਚ ਇੱਕ ਚੀਜ਼ ਹੋਰ ਦੇਖੀ, ਕਿਸੇ ਪਿੰਡ ਹੋਰ ਵਿੱਚ ਨਹੀਂ ਮੈਂ ਦੇਖਿਆ ਹੈਗਾ। ਤੁਹਾਡੇ ਪਿੰਡ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਦਰਖਤ ਹੈ, ਉਹ ਦਰਖਤ ਦੀ ਜੜ ਜਿਹੜੀ ਹੈ ਤੁਸੀਂ ਪੂਰੀ ਇੰਟਰਲੌਕ ਟਾਈਲਾਂ ਦੇ ਨਾਲ ਕਵਰ ਕੀਤੀ ਹੋਈ ਹੈ, ਕਿਉਂਕਿ ਇੰਟਰਲੌਕ ਟਾਈਲਾਂ ਦੀ ਪਰਮਿਸ਼ਨ ਤਾਂ ਆਪਾਂ ਨੂੰ ਗਲੀਆਂ ਦੀ ਹੈ, ਉੱਥੇ ਦੀ ਕਿਸ ਤਰ੍ਹਾਂ ਆਪਾਂ? ਮੈਂ ਕੁਝ ਉਹ ਪਿੰਡ ਦੇ ਮੁੰਡੇ ਯੋਗਦਾਨ ਨਾਲ ਮਿਲ ਕੇ ਨਾ ਜੀ, ਥੋੜੀ ਜਗ੍ਹਾ ਕਚਰਾ ਡਿੱਗਿਆ ਕਰਕੇ ਸਾਫ਼ ਕਰਨ ਨੂੰ ਸੀ। ਕੁਝ ਦਰਖਤ ਨੇ ਜੀ, ਦਰਖਤ ਤਾਂ ਵੈਸੇ ਹੀ ਨਹੀਂ ਹੋ ਰਹੇ ਪੰਜਾਬ ਦੇ ਵਿੱਚ, ਇੰਨੇ ਘਟ ਗਏ। ਸਾਨੂੰ ਇਹ ਸੀ ਵੀ ਉਹ ਗਿਰੇ ਨਾ ਦਰਖਤ, ਵੀ ਛੱਪੜਾ ਕੋਲੇ ਵੀ ਮਿੱਟੀ ਨਾਲ ਖੁਰ ਜਾਣਾ ਸਾਰਾ, ਇਸ ਲਈ ਉਹਨੂੰ ਲਾ ਕੇ ਜੀ ਟਾਈਲਾਂ ਵਗੈਰਾ ਵੀ ਚਲੋ ਬਚਾ ਰਹਿ ਜਾਵੇ ਉਹਦਾ। ਨਹੀਂ, ਲੱਗੇ ਤਾਂ ਟਾਈਲਾਂ ਸੋਹਣੀਆਂ ਲੱਗਦੀਆਂ ਨੇ, ਬਟ ਮੈਨੂੰ ਹੋਇਆ ਮੈਂ ਕਿ ਵੀ ਗ੍ਰਾਂਟ ਬਣਾਈ ਸੀ ਜਗ੍ਹਾ ਜੀ ਉਹਦੇ ਚੌਂਤਰੇ ਆਲੇ ਦੁਆਲੇ। ਤੇ ਤੁਸੀਂ ਹੈ ਨਾ ਦਰਖਤ ਦੇ ਗਿਰਨ ਦੀ ਗੱਲ ਕੀਤੀ ਹੈ, ਉਸੇ ਰੋਡ ਦੇ ਉੱਤੇ ਤੁਸੀਂ ਝੁੱਲੇ ਵੀ ਲਗਾਏ ਹੋਏ ਨੇ ਗਲੀ ਦੇ ਵਿੱਚ, ਤੇ ਇਹ ਵੀ ਦੱਸ ਦਿਓ ਕਿ ਗਲੀ ਦੇ ਵਿੱਚ ਝੁੱਲੇ ਕਿਸ ਤਰ੍ਹਾਂ ਲਗਾਏ ਨੇ, ਤੇ ਉੱਥੇ ਝੁੱਲਾ ਇੱਕ ਗਿਰਿਆ ਵੀ ਪਿਆ, ਤੇ ਤੁਹਾਡੇ ਮੈਂਬਰ ਪੰਚਾਇਤ ਉਸ ਝੁੱਲੇ ਨੂੰ ਕਿਉਂ ਨਹੀਂ ਠੀਕ ਕਰਵਾ ਰਿਹਾ? ਉਹਦੇ ਵਿੱਚ ਮੈਂ ਇਹ ਹੈ ਜੀ, ਜਿਵੇਂ ਝੂਲਾ ਇੱਕ ਬੱਚੇ ਬੈਠ ਸਕਦੇ ਆ। ਹੁਣ ਆਪਾਂ ਇੰਨਾ ਤਾਂ ਕਿਸੇ ਪਿੰਡ ਦੇ ਬੰਦੇ ਨੂੰ ਕਹਿੰਦੇ ਬੜੇ ਬੰਦੇ ਬੈਠ ਜਾਂਦੇ ਆ। ਮੈਂ ਤੁਹਾਨੂੰ ਫੋਟੋ ਵੀ ਦਿਖਾਵਾਂ ਤੇ ਝੁੱਲਿਆਂ ਦੇ ਬੱਚੇ ਨਹੀਂ ਬੈਠੇ ਹੋਏ, ਬਜ਼ੁਰਗ ਔਰ ਨੌਜਵਾਨ ਬੈਠੇ ਝੂਟ ਰਹੇ ਸੀ। ਮਤਲਬ ਜੀ ਆਪਾਂ ਤਾਂ ਗੁਜ਼ਾਰਿਸ਼ ਹੀ ਕਰ ਸਕਦੇ ਆ, ਇਹ ਤਾਂ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜੀ। ਹਰ ਇਨਸਾਨ ਨੂੰ ਉਹਦੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਜੇ ਝੂਲੇ ਆ 45-50 ਕਿਲੋ ਭਾਰ ਲੈਣਾ, 3 ਬੱਚੇ, ਜੇ ਆਪਾਂ 3 ਬੰਦੇ ਤੇ 2 ਕੁਇੰਟਲ ਬੈਠਾਂਗੇ ਟੁੱਟਣਗੇ ਵੀ ਜੀ। ਉਹ ਮੇਜਰ ਸਿੰਘ ਪੰਜਾਬ ਮੈਂਬਰ ਉਹਨਾਂ ਨੂੰ ਕਿਹਾ ਗਿਆ ਜੀ ਝੂਲਾ ਰਿਪੇਅਰ ਕਰਾ ਦੇਣਗੇ। ਦੂਸਰਾ ਜੀ, ਤੁਸੀਂ ਜਿਵੇਂ ਕਹਿੰਦੇ ਗਲੀ ਚ ਲਾਏ, ਉਸ ਤੋਂ ਅੱਗੇ ਆਪਣੇ ਕੋਲ ਕੋਈ ਜਗ੍ਹਾ ਨਹੀਂ ਬਚਦੀ ਸੀਗੀ ਜੀ ਵੀ ਜਿੱਥੇ ਲਗਾਏ ਜਾਣ। ਉੱਥੋਂ ਗਲੀ ਕਾਫੀ ਖੁੱਲੀ ਸੀ, ਬੱਚੇ ਉੱਥੇ ਹੀ ਖੇਡਦੇ ਸੀ। ਉਸ ਤੋਂ ਥੋੜਾ ਇਸ ਸਾਈਡ ਤੇ ਜੀ ਵਾਲੀਬਾਲ ਵਾਲਾ ਆਪਾਂ ਬਣਾਇਆ ਸੀਗਾ ਨੈਟ ਲਾ ਕੇ ਸ਼ਮਸ਼ਾਨ ਘਾਟ ਕੋਲ, ਇਸ ਲਈ ਉਹ ਝੂਲੇ ਉੱਥੇ ਲਾਏ ਗਏ ਸੀਗੇ ਜੀ। ਜਤਿੰਦਰ ਜੀ, ਇੱਕ ਚੀਜ਼ ਤੁਹਾਡੇ ਪਿੰਡ ਹੋਰ ਬਹੁਤ ਵਧੀਆ ਲੱਗੀ, ਉਹ ਵੱਖਰੀ ਗੱਲ ਹੈ ਕਿ ਛੱਪੜ ਨੱਕੋ ਨੱਕ ਪਾਣੀ ਦੇ ਨਾਲ ਭਰਿਆ ਪਿਆ, ਪਰ ਤੁਸੀਂ ਆਲੇ ਦੁਆਲੇ ਉਹਦੀ ਜਾਲੀ ਹੈ ਨਾ, ਔਰ ਉਸ ਦੇ ਆਲੇ ਦੁਆਲੇ ਜੋ ਸੈਰ ਕਰਨ ਦੇ ਲਈ ਜੋ ਵੀ ਮੈਨੇਜਮੈਂਟ ਉੱਥੇ ਕੀਤੀ ਹੋਈ ਹੈ ਬਹੁਤ ਵਧੀਆ। ਇਹ ਚਾਨਣਾ ਪਾਓ, ਇਹ ਤੁਹਾਡੇ ਸਾਬਕਾ ਪੰਚਾਇਤ ਦੇ ਸਮੇਂ ਕੰਮ ਹੋਇਆ ਵਾ ਜਾਂ ਤੁਸੀਂ ਕੀਤਾ? ਸਾਬਕਾ ਪੰਚਾਇਤ ਦੇ ਮੈਮ ਹੋਇਆ ਜੀ। ਕੋਈ ਵੀ ਕੰਮ ਕਰ ਰਿਹਾ ਜੀ, ਆਪਾਂ ਨੂੰ ਹਰ ਚੀਜ਼ ਤਾਂ ਪੈਸੇ ਨਾਲ ਹੋਣੇ ਕੰਮ। ਪੁਰਾਣੀ ਪੰਚਾਇਤ ਨੇ ਕੀਤਾ ਸੀਗਾ ਜੀ, ਪਰ ਉਸਦੀ ਜੋ ਹੁਣ ਦੇਖ ਰੇਖ ਆ ਉਹ ਅਸੀਂ ਕਰ ਰਹੇ ਹਾਂ। ਇਹ ਕੰਮ ਪੁਰਾਣੀ ਪੰਚਾਇਤ ਸਮੇਂ ਹੋਇਆ ਜੀ। ਤੇ ਇਸ ਵਾਰਡ ਦੀਆਂ ਜਿਹੜੀਆਂ ਗਲੀਆਂ ਨੇ ਉਹ ਵੀ ਸਾਬਕਾ ਪੰਚਾਇਤ ਰਾਹੀਂ ਬਣੀਆਂ ਨੇ? ਕੁਝ ਗਲੀਆਂ ਜੀ ਸਾਰੀਆਂ 80% ਮੰਨ ਲਓ ਗਲੀਆਂ ਉਹਨਾਂ ਨੇ ਬਣਾਤੀਆਂ ਸੀ। ਨਹੀਂ, ਉਹੀ ਵਾਲੀਆਂ ਜਿੱਥੇ ਝੁੱਲਾ ਲੱਗਿਆ ਹੋਇਆ ਤੇ ਸਿੱਧੀ ਜਾਂਦੀ ਹੈ ਗਲੀ? ਇੱਕ ਗਲੀ ਮੈਂ ਹਾਂਜੀ, ਦੋਨੇ ਗਲੀਆਂ ਉਹਨਾਂ ਨੇ ਬਣਾਈਆਂ ਜੀ ਪੁਰਾਣੀ ਪੰਚਾਇਤ ਨੇ। ਤੇ ਉਹ ਗਲੀ ਦੀ ਟੁੱਟ ਭੱਜ ਵੀ ਹੋਈ ਵੀ ਹੈ, ਤੁਹਾਡੀ ਜਾਣਕਾਰੀ ਵਿੱਚ ਖਰਾਬ ਹੋਈ ਪਈ ਹੈ ਨਾ ਗਲੀ?
ਉਸ ਦੇ ਵਿੱਚ ਮੈਡਮ ਜਿਵੇਂ ਛੱਪੜ ਦੇ ਵਿੱਚ ਨਾ ਪੱਕਾ ਪਾਣੀ ਦਾ ਨਿਕਾਸ ਦਾ ਆਪਣਾ ਪ੍ਰਬੰਧ ਨਹੀਂ ਸੀਗਾ। ਜਦੋਂ ਜ਼ਿਆਦਾ ਬਾਰਿਸ਼ਾਂ ਹੋ ਜਾਂਦੀਆਂ ਕੁਝ ਪਾਣੀ ਦੀ ਲੋਕ ਵੇਸਟੇਜ ਜ਼ਿਆਦਾ ਕਰਦੇ ਟੂਟੀਆਂ, ਉਹ ਪੂਰਾ ਉੱਪਰ ਤੱਕ ਭਰ ਕੇ ਨਾ ਘਰਾਂ 'ਚ ਪਾਣੀ ਜਾਂਦਾ ਸੀਗਾ ਜੀ। ਪਿਛਲੇ ਸਾਲ ਐਤਕੀ ਤੁਹਾਨੂੰ ਪਤਾ ਬਾਰਿਸ਼ਾਂ ਜ਼ਿਆਦਾ, ਸੋਲਰ ਸਿਸਟਮ ਅਸੀਂ ਐਤਕੀ ਲਗਾਇਆ, ਇਸ ਲਈ ਉਹ ਗਲੀ ਕੁਛ ਪਾਣੀ ਵਿਭਾਗ ਆ ਜਿਹੜਾ ਟੈਂਕੀਆਂ ਵਾਲਾ, ਇਹਨਾਂ ਦੀ ਮਿਹਰਬਾਨੀ ਹੈ ਜੀ, ਉਹਦੇ ਵਿੱਚ ਹੋਈ ਹੈ ਜੀ, ਉਹਦਾ ਪਰ ਰਿਪੇਅਰ ਦਾ ਅਸੀਂ ਕਰ ਰਹੇ ਹਾਂ। ਜਤਿੰਦਰ ਜੀ, ਤੁਸੀਂ ਇੱਕ ਪੱਖੋਂ ਤਾਂ ਵਧਾਈ ਦੇ ਪਾਤਰ ਹੋ, ਬਟ ਇੱਕ ਪੱਖੋਂ ਦੇਖਿਆ ਜਾਵੇ ਇੱਕ ਕਮੀ ਹੋ ਰਿਹਾ ਹੈ। ਵਧਾਈ ਦੇ ਪਾਤਰ ਇੱਥੇ ਕਿ ਤੁਹਾਡੇ ਪਿੰਡ ਦੇ ਵਿੱਚ ਜਦੋਂ ਆਪਾਂ ਪਿੰਡ ਦੇ ਅੰਦਰ ਆਉਂਦੇ ਆ ਤਾਂ ਤੁਹਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਕਿਤੇ ਲਿਫਾਫੇ ਕੂੜਾ ਕਚਰਾ ਨਜ਼ਰ ਨਹੀਂ ਆਉਂਦਾ, ਪਰ ਜਦੋਂ ਛੱਪੜ ਨੂੰ ਦੇਖਦੇ ਆ ਤਾਂ ਉੱਥੇ ਲਿਫਾਫੇ ਇਸ ਤਰ੍ਹਾਂ ਚਮਕ ਰਹੇ ਨੇ ਜਿਵੇਂ ਕਮਲ ਦੇ ਫੁੱਲ ਲੱਗੇ ਹੁੰਦੇ ਨੇ। ਉਹਦਾ ਮੈਮ ਰੀਜ਼ਨ ਹੈ ਜੀ, ਦੋਨੋਂ ਸਾਈਡ ਨਾਲ ਉੱਤੇ ਕਚਰਾ ਪੁਆਇੰਟ ਆ, ਮਤਲਬ ਜੋ ਕਚਰਾ ਪੁਆਇੰਟ ਜਗ੍ਹਾ ਬਣੀ ਆ ਕਿਸੇ ਨੇ ਕਚਰਾ ਉਹਦੇ ਸਿੱਟਣਾ ਨਹੀਂਗਾ, ਤੁਰੇ ਜਾਂਦੇ ਸਭ ਨੇ ਬਸ ਰੋਡ ਦੇ ਨਾਲ ਸਿੱਟ ਕੇ ਚਲੇ ਜਾਣਾ। ਜੋ ਮੀਂਹ ਨੇਰੀ ਆਉਂਦੀ ਹੈ ਜੀ, ਜਾਂ ਆਪਾਂ ਘਰਾਂ ਦੇ ਵਿੱਚ ਆਪਣੇ ਜੀ ਸਿੱਟਦੇ ਆ ਕਚਰਾ, ਸੀਵਰੇਜ ਰਾਹੀਂ ਸਾਰਾ ਛੱਪੜ ਦੇ ਵਿੱਚ ਜਾਂਦਾ, ਉਹਨੂੰ ਕਈ 2 ਵਾਰ ਅਸੀਂ ਕਢਵਾਇਆ ਵੀ ਹੈ ਜੀ, ਪਰ ਉਹ ਫਿਰ ਐਂ ਕਚਰਾ ਅਣਗਹਿਲੀ ਸਿੱਟਣ ਨਾਲ ਉਹ ਇਹੀ ਹੈ ਜੀ। ਮੈਂ ਤਾਂ ਲੋਕਾਂ ਨੂੰ ਇਹ ਬੇਨਤੀ ਕਰੂੰਗਾ ਵੀ ਇੱਕ ਜਗ੍ਹਾ ਉਹਨੂੰ ਸੀਮ ਜਿਹਾ ਕਚਰਾ ਸਿੱਟੋ, ਵੀ ਚਲੋ ਉਹਨੂੰ ਇਕੱਠਾ ਕਰਕੇ ਅੱਗ ਲਗਾਈ ਸਕੇ ਜੋ ਕਰੇ। ਹਰ ਬੰਦਾ ਤੁਰਿਆ ਜਾਂਦਾ ਘਰੋਂ ਕਚਰਾ ਉੱਥੇ ਤੱਕ ਲੈ ਕੇ ਚਲੇ ਜਾਊਗਾ ਜੀ, ਪਰ 4 ਕਦਮ ਅੱਗੇ ਜਾਣ ਲੱਗੇ ਕਿਸੇ ਦੀ ਹਿੰਮਤ ਨਹੀਂ ਪੈਂਦੀ ਜੀ। ਤੇ ਤੁਸੀਂ ਆਪਣੇ ਪਿੰਡ ਨੂੰ ਸਟਰੀਟ ਲਾਈਟ ਦੀ ਕੀ ਸੁਵਿਧਾ ਦਿੱਤੀ ਆਪਣੇ ਕਾਰਜਕਾਲ ਵਿੱਚ? ਸਾਡੇ ਪਿੰਡ ਜੀ ਬਿਜਲੀ ਦੇ ਸਾਰੇ ਪਿੰਡ ਦੇ ਲਾਈਟਾਂ ਲੱਗੀਆਂ ਨੇ, ਜਿਵੇਂ ਰਾਤ ਨੂੰ ਹੁਣ ਚੱਲ ਪਊਗੀ ਦਰਵਾਜ਼ਿਓਂ ਜੀ, ਪੂਰੀ ਰਾਤ ਲਾਈਟਾਂ ਚੱਲਦੀਆਂ ਰਹਿਣਗੀਆਂ, ਸਵੇਰੇ 5 ਵਜੇ ਬੰਦ ਕਰਦੇ ਹਾਂ ਜੀ। ਸੋਲਰ ਲਾਈਟ ਦਾ ਪ੍ਰਬੰਧ ਨਹੀਂ ਰੱਖਿਆ? ਵਿੱਚ ਸੋਲਰ ਵੀ ਨੇ ਜੀ ਲੱਗੀਆਂ ਹੋਈਆਂ ਨੇ, ਜਿਵੇਂ ਦੂਰ ਸੋਲਰ ਲਾਈਟਾਂ ਟੋਟਲ ਸਾਨੂੰ 20 ਸੀ, ਪਰ ਮੇਰੇ ਤੋਂ ਪਹਿਲਾਂ ਨਹੀਂ ਲੱਗੀਆਂ ਹੋਈਆਂ। ਹੁਣ ਤਾਂ ਉਸ ਤੋਂ ਬਾਅਦ ਤਾਂ ਜੀ ਬਿਜਲੀ ਵਾਲੀਆਂ ਲੱਗੀਆਂ ਨੇ, ਕਿਉਂਕਿ ਜੀ ਕੰਮ ਤਾਂ ਫਿਰ ਵੀ ਕੋਈ ਪੈਸੇ ਨਹੀਂ ਕਰਨਾ, ਉਹ ਜਿੰਨਾ ਬਿਜਲੀ ਲਾਈਟਾਂ ਨੇ ਜੇ ਟੁੱਟ ਭੱਜ ਹੁੰਦੀ ਹੈ ਜੀ, ਬੰਦਾ ਰੱਖਿਆ ਰਿਪੇਅਰ ਕਰਾ ਦੇਈਦੀਆਂ ਨੇ, ਉਹ ਚੱਲਦੀਆਂ ਨੇ ਜੀ। ਸਿਟੀ ਲਾਈਵ ਚੈਨਲ ਦੇ ਜਰੀਏ ਪਿੰਡ ਰਣੀਆਂ ਦੇ ਵਸਨੀਕ, ਖਾਸ ਕਰਕੇ ਉਹ ਵਾਲੇ ਵਸਨੀਕ ਜਿਹੜੇ ਗੁਰਦੁਆਰਾ ਸਾਹਿਬ ਝੁੱਲੇ ਦੇ ਕੋਲ ਰਹਿੰਦੇ ਨੇ, ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹਾਂਗੇ। ਕੋਈ ਵੀ ਪੰਚਾਇਤ ਜਦੋਂ ਪਿੰਡ ਦੇ ਕੰਮ ਕਰਵਾਉਂਦੀ ਹੈ, ਜਦੋਂ ਕੰਮ ਕਰਵਾ ਕੇ ਉਹ ਫਾਰਗ ਹੋ ਜਾਂਦੇ ਨੇ ਤਾਂ ਉਹਨਾਂ ਕੰਮਾਂ ਦੀ ਦੇਖ-ਰੇਖ ਕਰਨੀ, ਉਸ ਜਗ੍ਹਾ ਦੀ ਦੇਖ-ਰੇਖ ਕਰਨ ਦੀ ਜ਼ਿੰਮੇਵਾਰੀ ਬਣਦੀ ਹੈ ਉੱਥੋਂ ਦੇ ਰਹਿਣ ਵਾਲੇ ਵਸਨੀਕਾਂ ਦੀ। ਤੁਹਾਨੂੰ ਤੁਹਾਡੀ ਪੰਚਾਇਤ ਨੇ ਤੁਹਾਡੇ ਬੱਚਿਆਂ ਦੇ ਲਈ ਝੁੱਲੇ ਲਗਾ ਕੇ ਦਿੱਤੇ ਨੇ, ਤੇ ਉਹ ਝੁੱਲੇ ਨੇ ਜਿਹੜੇ ਬੱਚਿਆਂ ਲਈ ਨੇ, ਨਾ ਕਿ ਨੌਜਵਾਨ ਔਰ ਬਜ਼ੁਰਗਾਂ ਦੇ ਲਈ। ਆਪਣੇ ਬੱਚਿਆਂ ਦੇ ਖੇਡਣ ਦੀਆਂ ਚੀਜ਼ਾਂ ਨੂੰ ਤੁਸੀਂ ਆਪ ਸਾਂਭ ਕੇ ਰੱਖਣਾ ਹੈ। ਤੁਹਾਡੇ ਪਿੰਡ ਦੇ ਸਰਪੰਚ ਨੇ ਆਪਣੇ ਘਰੋਂ ਆ ਕੇ ਤੁਹਾਡੇ ਝੁੱਲਿਆਂ ਦੀ ਨਿਗਰਾਨੀ ਨਹੀਂ ਕਰਨੀ। ਜਤਿੰਦਰ ਜੀ, ਇਹ ਚਾਨਣਾ ਪਾਓ, ਤੁਹਾਡੇ ਪਿੰਡ ਦੇ ਵਿੱਚ ਹੱਡਾ ਰੋੜੀ ਦਾ ਕੀ ਪ੍ਰਬੰਧ ਹੈ? ਹੱਡਾ ਰੋੜੀ ਦਾ ਮੈਡਮ ਪਿੰਡ ਤੋਂ ਰਣੀਆਂ ਦੇ ਡੰਗੋਰੇ ਨੂੰ ਰਸਤਾ ਜਾਂਦਾ ਜੀ, ਉਹਦੇ ਉੱਪਰ ਹੱਡਾ ਰੋੜੀ ਦੇ ਆਪਾਂ 4 ਦੀਵਾਰੀ ਕਰਕੇ ਗੇਟ ਲਗਾ ਕੇ ਜ਼ਮੀਨ ਰੱਖੀ ਹੋਈ ਹੈ ਜੀ। ਉੱਥੇ ਪਿੰਡ ਦਾ ਕੋਈ ਪਸ਼ੂ ਮਰਦਾ ਵਗੈਰਾ ਤਾਂ ਉਸ ਦੇ ਅੰਦਰ ਸੱਟਿਆ ਜਾਂਦਾ ਜੀ। ਤੁਹਾਡੇ ਪਿੰਡ ਦੇ ਵਿੱਚ ਸਕੂਲ ਦੀ ਬੱਚਿਆਂ ਦੀ ਜੋ ਸੁਵਿਧਾ ਹੈ, ਜੋ ਪੜ੍ਹਾਈ ਲਿਖਾਈ ਹੈ, ਇਹ ਦੱਸੋ ਕਿ ਤੁਹਾਡਾ ਸਕੂਲ ਦੀ ਦਿੱਖ ਬਾਹਰੋਂ ਹੀ ਵਧੀਆ ਹੈ ਜਾਂ ਪੜ੍ਹਾਈ ਪੱਖੋਂ ਵੀ ਵਧੀਆ? ਪੜ੍ਹਾਈ ਪੱਖੋਂ ਬਹੁਤ ਵਧੀਆ ਜੀ। ਆਪਣੇ ਪਹਿਲਾਂ ਸਕੂਲ ਮਿਡਲ ਸੀ, ਹਾਈ ਮੇਰੇ ਤੋਂ ਪਹਿਲੀ ਪੰਚਾਇਤ ਦੇ ਵਿੱਚ ਹਾਈ ਹੋ ਗਿਆ ਸੀ। ਦੋਨੋਂ ਸਕੂਲਾਂ ਦਾ ਸਟਾਫ ਬਹੁਤ ਵਧੀਆ ਜੀ, ਪ੍ਰਿੰਸੀਪਲ ਮੈਡਮ ਆ ਬੱਚਿਆਂ ਨੂੰ ਐਕਸਟਰਾ ਕਲਾਸ ਤੱਕ ਚਲਾ ਕੇ ਪੜ੍ਹਾਈ ਨੌਲੇਜ ਦਿੰਦੇ ਨੇ ਜੀ ਉਹ। ਹੁਣ ਤਾਂ ਜੀ ਅੱਜ ਸਾਰੇ ਪਿੰਡ ਨੂੰ ਮੈਂ ਹੋਰ ਦੱਸਣਾ ਚਾਹੁੰਦਾ, ਲਾਇਬ੍ਰੇਰੀ ਵੀ ਆਪਣੇ ਪਿੰਡ ਦੇ ਵਿੱਚ ਆ ਰਹੀ ਹੈ। ਤੇ ਹੁਣ ਇਹ ਵੀ ਦੱਸੋ ਕਿ ਤੁਹਾਡੇ ਪਿੰਡ ਦੇ ਵਿੱਚ ਖਿਡਾਰੀ ਬੱਚੇ ਹੈਗੇ ਜੀ, ਕਬੱਡੀ ਵਾਲੇ ਪਲੇਅਰ ਹੈਗੇ ਨੇ। ਸਕੂਲ ਟੀਮ ਸਾਡੀ ਜ਼ੋਨ ਜ਼ਿਲ੍ਹਾ ਪੱਧਰ ਤੇ ਫਸਟ ਆਈ ਹੈ। ਵਧਾਈ ਦਾ ਪਾਤਰ ਹੈ ਪਿੰਡ ਰਣੀਆਂ। ਜਤਿੰਦਰ ਜੀ, ਅੰਤ ਦੇ ਵਿੱਚ ਸਿਟੀ ਲਾਈਵ ਚੈਨਲ ਦੇ ਜਰੀਏ ਤੁਹਾਡੇ ਐਮਐਲਏ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੂੰ ਤੁਸੀਂ ਪਿੰਡ ਰਣੀਆਂ ਦੇ ਸਬੰਧ ਵਿੱਚ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇੱਕ ਤਾਂ ਮੈਮ ਅਸੀਂ ਐਮਐਲਏ ਸਾਹਿਬ ਨੂੰ ਡਿਸਪੈਂਸਰੀ ਦੀ ਮੰਗ ਰੱਖਾਂਗੇ ਵੀ ਸਾਡੇ ਪਿੰਡ ਦੇ ਵਿੱਚ ਡਿਸਪੈਂਸਰੀ ਦਿੱਤੀ ਜਾਵੇ, ਕਿਉਂਕਿ ਇਲਾਜ ਹਰ ਬੰਦੇ ਦੀ ਮੁੱਢਲੀ ਸਹੂਲਤ ਹੈ। ਦੂਸਰਾ ਜੀ, ਇੱਕ ਅਸੀਂ ਉਹਨਾਂ ਤੋਂ ਚਾਹੁੰਦੇ ਹਾਂ ਪਿੰਡ ਦੇ ਵਿੱਚ ਕਮਿਊਨਿਟੀ ਸੈਂਟਰ ਕਿਸੇ ਪ੍ਰਕਾਰ ਬਣਾ ਦੇਣ। ਬਾਕੀ ਜੀ ਜੋ ਚੀਜ਼ ਗਲਤ ਆ ਉਹਨੂੰ ਰੋਕਣ। ਰੱਬ ਨੇ ਜੇ ਸੇਵਾ ਮਾਣ ਦਾ ਮੌਕਾ ਬਖਸ਼ਿਆ ਤਾਂ ਉਹਨੂੰ ਠੋਕ ਕੇ ਕਰਨ ਜੀ। ਜੇ ਗਲਤ ਆ ਕੋਈ ਕੰਮ ਕਰਦਾ, ਮੈਂ ਗਲਤ ਆ ਤਾਂ ਗਲਤ ਆ। ਜੋ ਗਲਤ ਇਨਸਾਨ ਆ ਉਹ ਕਿਸੇ ਦਾ ਸਕਾ ਨਹੀਂ ਹੋ ਸਕਦਾ, ਨਾ ਉਹ ਅੱਜ ਜੀਵਨ ਜੀ ਦਾ ਹੋਣਾ, ਨਾ ਬੈਜ ਜੀ ਦਾ ਹੋਇਆ, ਨਾ ਕੱਲ ਨੂੰ ਕਿਸੇ ਆਉਣ ਵਾਲੇ ਦਾ ਹੋਣਾ। ਗਲਤ ਨੇ ਤੇ ਗਲਤ ਹੀ ਰਹਿਣਾ। ਸਿਟੀ ਲਾਈਵ ਚੈਨਲ ਦੇ ਜਰੀਏ ਮੌਜੂਦਾ ਵਿਧਾਇਕ ਹਲਕਾ ਗਿੱਲ ਦੇ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਨੂੰ ਅਸੀਂ ਵੀ ਇੱਕ ਸੁਨੇਹਾ ਦੇਣਾ ਚਾਹਾਂਗੇ ਕਿ ਸੰਗੋਵਾਲ ਦੇ ਪਿੰਡ ਦੇ ਨਾਲ ਹੀ ਰਣੀਆਂ ਪਿੰਡ ਆ, ਰਣੀਆਂ ਦੇ ਨਾਲ ਲੱਗਦੇ ਹੋਰ ਵੀ ਪਿੰਡ ਨੇ, ਤੇ ਪਿੰਡ ਰਣੀਆਂ ਦੀ ਜ਼ਮੀਨ ਦੇ ਉੱਤੇ ਜੋ ਫੈਕਟਰੀਆਂ ਲੱਗੀਆਂ ਹੋਈਆਂ ਨੇ, ਉਹਨਾਂ ਫੈਕਟਰੀਆਂ ਨੇ ਸਿਰਫ ਪਿੰਡ ਰਣੀਆਂ ਦਾ ਹੀ ਪਾਣੀ ਗੰਦਲਾ ਨਹੀਂ ਕਰਨਾ, ਨਾਲ ਦੇ ਪਿੰਡਾਂ ਦਾ ਵੀ ਪਾਣੀ ਗੰਦਲਾ ਕਰ ਦੇਣਾ, ਔਰ ਉੱਥੋਂ ਦੀ ਪਾਣੀ ਹੁੰਦਾ ਸੰਗੋਵਾਲ ਪਿੰਡ ਤੱਕ ਪਹੁੰਚ ਜਾਣਾ ਹੈ। ਤੇ ਸੰਗੋਵਾਲ ਜੀ, ਤੁਹਾਡੇ ਹੀ ਪਿੰਡ ਨੇ, ਤੁਹਾਡਾ ਹੀ ਹਲਕਾ ਹੈ, ਤੇ ਇੱਥੋਂ ਦੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੀ ਜ਼ਿੰਮੇਵਾਰੀ ਵੀ ਤੁਹਾਡੀ। ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਹਲਕਾ ਗਿੱਲ ਦੇ ਮੌਜੂਦਾ ਵਿਧਾਇਕ ਸਰਦਾਰ ਜੀਵਨ ਸਿੰਘ ਸੰਗੋਵਾਲ ਜੀ ਪਿੰਡ ਰਣੀਆਂ ਦੀ 35 ਕਿੱਲੇ ਜ਼ਮੀਨ ਦਾ ਜੋ ਮਸਲਾ ਆ ਉਸ ਨੂੰ ਸੁਲਝਾਉਂਦੇ ਨੇ, ਪਿੰਡ ਰਣੀਆਂ ਦੇ ਵਸਨੀਕਾਂ ਦੇ ਹੱਕ ਵਿੱਚ ਖੜਦੇ ਨੇ, ਜਾਂ ਫਿਰ ਪਿਛਲੀਆਂ ਸਰਕਾਰਾਂ ਵਾਂਗ ਹੀ ਇਸ ਮਸਲੇ ਨੂੰ ਕਾਬਜ਼ ਕਰ ਲੋਕਾਂ ਦੇ ਹੱਕ ਵਿੱਚ ਦਿੰਦੇ ਨੇ। ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿਟੀ ਲਾਈਵ ਚੈਨਲ ਦੇ ਨਾਲ ਜੁੜੇ ਰਹੋ।